सतनाम श्री वाहिगुरु साहिब जी। कबीर संत न छड़ै संताई, जो कोटक मिलहै असंत। मलियागर भुयंगम बेड्यो, ता शीतलता नात जंत। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा साध संगत। पिछले लंबे समय तो ले करके ਆਪਾਂ परम पूजनीक श्रीमान संत बाबा ईश्वर सिंह महाराज जी, परम पूजनीक श्रीमान संत बाबा किशन सिंह महाराज जी आंदे जीवन दी विचार, ਗਿਆਨੀ ਮੋਹਨ ਸਿੰਘ ਜੀ ਆਜ਼ਾਦ, ਰਾੜਾ ਸਾਹਿਬ ਦੇ ਪ੍ਰਮੁੱਖ ਕਥਾਵਾਚਕ ਜਿਨ੍ਹਾਂ ਨੇ ਰੂਹਾਨੀ ਸੰਦੇਸ਼ ਦੇ ਵਿੱਚ ਬੜੇ ਵਿਸਥਾਰ ਸਹਿਤ ਲਿਖਣਾ ਕੀਤੀ, ਉਸ ਦੇ ਵਿਚਾਰ ਕਰ ਰਹੇ ਹਾਂ। 129 ਨੰਬਰ ਪੇਜ ਤੋਂ ਆਪਾਂ ਅੱਗੇ ਵਿਚਾਰ ਆਰੰਭ ਕਰਨੀ ਹੈ। ਅਸੀਂ ਇਹ ਖਾਸ ਬੇਨਤੀ ਕਰਦੇ ਹਾਂ ਜਿਹੜੇ ਇਸ ਸੰਤ ਆਸ਼ਰਮ ਗਰੁੱਪ ਦੇ ਵਿੱਚ ਜਾਂ ਜਿਹੜੇ ਸੰਤ ਆਸ਼ਰਮ ਮਲੇਸ਼ੀਆ ਟੀਵੀ ਤੇ ਕਥਾ ਸੁਣਦੇ ਨੇ, ਉਹ ਜਿਹੜੇ ਸੰਤਾਂ ਦੇ ਨਿੰਦਕ ਨੇ ਉਹ ਸਾਡੇ ਇਸ ਗਰੁੱਪ ਤੋਂ ਦੂਰ ਹੀ ਰਹੋ, ਕਿਉਂਕਿ ਇਸ ਗਰੁੱਪ ਦੇ ਵਿੱਚ ਤਾਂ ਸਾਧੂਆਂ ਦੀ ਮਹਿਮਾ ਹੋਣੀ ਹੈ। ਇਹ ਮਹਿਮਾ ਤਾਂ ਗੁਰੂਆਂ ਨੇ ਗੁਰਬਾਣੀ ਵਿੱਚ ਕੀਤੀ ਹੈ। ਸੱਚੇ ਪਾਤਸ਼ਾਹ ਨੇ ਸਾਧੂਆਂ ਨੂੰ ਆਪਣੇ ਪੁੱਤਰ ਕਹਿਣਾ ਕੀਤਾ ਹੈ, ਆਪਣੇ ਲਾਡਲੇ ਕਹਿਣਾ ਕੀਤਾ ਹੈ। ਸੰਤ ਹਰੀ ਕੇ ਲਾਡਲੇ, ਸੰਤ ਹਰੀ ਕੇ ਪੂਤ, ਸੰਤ ਨਾ ਆਉਂਦੇ ਜਗਤ ਮੇ ਰੱਬ ਵੀ ਰਹਿੰਦਾ। ਸਾਧ ਸੰਗਤ ਜੀ, ਇਸ ਕਰਕੇ ਜਿਹੜੇ ਜਿਹੜੇ ਵੀ ਸੰਸਾਰ ਦੇ ਉੱਤੇ ਸਤਪੁਰਸ਼ ਬੰਦਗੀ ਵਾਲੀਆਂ ਰੂਹਾਂ ਆਉਂਦੀਆਂ ਨੇ, ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਇੱਕ ਕਾਰਜ ਹੁੰਦਾ ਹੈ, ਡਿਊਟੀ ਹੁੰਦੀ ਹੈ ਕਿ ਤੁਸੀਂ ਭੁੱਲੇ ਭਟਕੇ ਜੀਵਾਂ ਦਾ ਭਲਾ ਕਰੋ, ਉਧਾਰ ਕਰੋ। ਪਰ ਜੇਕਰ ਇਸ ਗਰੁੱਪ ਦੇ ਵਿੱਚ, ਜਿਹਦੇ ਵਿੱਚ ਸਾਰੇ ਸੰਤ ਸੇਵੀ ਹਨ, ਸਤਪੁਰਸ਼ਾਂ ਦੇ ਸਤਸੰਗੀ ਹਨ, ਮਹਾਪੁਰਸ਼ਾਂ ਦੀ ਮਹਿਮਾ ਨੂੰ ਜਾਣਨ ਵਾਲੇ ਹਨ, ਜੇਕਰ ਇਹਨਾਂ ਦੇ ਵਿੱਚ ਨਿੰਦਕ ਪੁਰਸ਼ ਆਉਣਗੇ, ਉਹ ਸਤਪੁਰਸ਼ਾਂ ਦੀ ਸ਼ਾਂਤੀ ਨੂੰ ਵੀ ਭੰਗ ਕਰਨ ਦਾ ਯਤਨ ਕਰਨਗੇ, ਪਰ ਸ਼ਾਂਤੀ ਭੰਗ ਤਾਂ ਹੋਇਆ ਹੀ ਨਹੀਂ ਕਰਦੇ। ਨਿੰਦਕ ਆਪ ਦੀ ਡਿਊਟੀ ਕਰਦੇ ਹੀ ਰਹਿੰਦੇ ਹਨ। ਸੋ ਉਹ ਸਾਡੇ ਇਸ ਗਰੁੱਪ ਤੋਂ ਦੂਰ ਹੀ ਰਹਿਣ। ਜਿਹੜੇ ਸਤ ਸੰਗੀ ਹਨ, ਸਾਧੂ ਲੋਕ, ਮਹਾਪੁਰਸ਼ ਜੋ ਸਾਨੂੰ ਆਸ਼ੀਰਵਾਦ ਦਿੰਦੇ ਨੇ, ਜੋ ਸੰਗਤਾਂ ਆਸ਼ੀਰਵਾਦ ਦਿੰਦੀਆਂ ਨੇ, ਉਹਨਾਂ ਸਭਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪ ਜੀ ਮਨ ਚਿੱਤ ਬੁੱਧ ਨੂੰ ਇਕਾਗਰ ਕਰੋ ਔਰ ਧਿਆਨ ਨਾਲ ਸਰਵਣ ਕਰੋ। ਸੋ ਸਾਧ ਸੰਗਤ ਜੀ, ਕੱਲ ਤੱਕ ਆਪਾਂ ਨੇ ਵਿਚਾਰ ਕੀਤੇ ਕਿਵੇਂ ਰਾੜਾ ਸਾਹਿਬ ਦੀਆਂ ਰੌਣਕਾਂ ਵਧੀਆਂ, ਕਿਵੇਂ ਮਹਿਮਾ ਜਸ ਹੁੰਦਾ ਹੈ, ਕਿਵੇਂ ਉਹ ਸੱਪ ਦਾ ਉਧਾਰ ਕੀਤਾ ਜੋ ਮਹਾਪੁਰਸ਼ਾਂ ਦਾ ਨਿੰਦਕ ਸੀ, ਗੁਰੂਆਂ ਦਾ ਨਿੰਦਕ ਸੀ, ਹੰਕਾਰੀ ਸੀ, ਧਨ ਪਦਾਰਥ ਦਾ ਮਾਣ ਕਰਨ ਵਾਲਾ ਸੀ। ਕਿਵੇਂ ਉਸ ਨੂੰ ਸਜ਼ਾ ਮਿਲੀ ਔਰ ਵੱਡੇ ਸੰਤ ਜੀ ਮਹਾਰਾਜ ਨੇ ਉਸ ਦਾ ਭਲਾ ਕੀਤਾ, ਉਧਾਰ ਕੀਤਾ। ਹੁਣ ਕਿਵੇਂ ਅਕਾਰਨ ਹੀ ਸਤਪੁਰਸ਼ਾਂ ਦੇ ਵਿਰੋਧੀ ਪੈਦਾ ਹੋ ਜਾਂਦੇ ਨੇ, ਇਹਦੀ ਵਿਚਾਰ 129 ਨੰਬਰ ਅੰਗ ਤੇ ਜਾਂ ਪੇਜ ਜਾਂ ਸਫੇ ਤੇ ਜਿਸ ਤਰ੍ਹਾਂ ਦੇ ਨਾਲ ਅੰਕਿਤ ਕੀਤੀ ਗਈ ਹੈ, ਆਪ ਜੀ ਮਨ ਚਿੱਤ ਬੁੱਧ ਨੂੰ ਇਕਾਗਰ ਕਰਕੇ ਧਿਆਨ ਨਾਲ ਸਰਵਣ ਕਰੋ ਅਤੇ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਵੇਂ ਸੂਰਜ ਦੀ ਰੌਸ਼ਨੀ ਹਰ ਇੱਕ ਵਾਸਤੇ ਸੁਖਦਾਈ ਹੈ, ਪਰ ਉਸ ਦੇ ਪ੍ਰਕਾਸ਼ ਦੇ ਵਿੱਚ ਉੱਲੂ ਅੰਨੇ ਹੋ ਜਾਇਆ ਕਰਦੇ ਹਨ, ਤਾਂ ਇਸ ਦੇ ਵਿੱਚ ਸੂਰਜ ਦਾ ਤਾਂ ਕੋਈ ਦੋਸ਼ ਨਹੀਂ ਨਾ ਹੈ।
ਜੇ ਸੂਰਜ ਦੀ ਰੌਸ਼ਨੀ ਦੇ ਵਿੱਚ ਚੰਦ ਦੀ ਚਾਂਦਨੀ ਚੋਰਾਂ ਨੂੰ ਨਾ ਭਾਵਦੀ, ਜਿਵੇਂ ਸੂਰਜ ਦੀ ਰੌਸ਼ਨੀ ਨਾ ਚੰਗੀ ਲੱਗੇ ਅੰਨਿਆਂ ਨੂੰ, ਬੋਲਿਆਂ ਨੂੰ ਰਾਗ ਦੀ ਧੁਨੀ ਨਾ ਸੁਖਾਮਦੀ, ਜਿਵੇਂ ਸਾਧ ਸੰਗਤ ਜੀ ਭਾਵਦਾ ਨਹੀਂ ਅਤਰ ਫਲੇਲ, ਜਿਵੇਂ ਹਾਥੀਆਂ ਨੂੰ ਰੱਬ ਦਿਆਂ ਮਾਰਿਆਂ ਨੂੰ ਸੰਗਤ ਨਾ ਭਾਵਦੀ। ਆ ਸੁਣਿਓ ਜਰਾ ਵਿਸਥਾਰ ਨਾਲ, ਜਿਹੜੇ ਸਤਿਪੁਰਸ਼ਾਂ ਦੇ, ਗੁਰੂ ਲੋਕਾਂ ਦੇ, ਬੰਦਗੀ ਵਾਲਿਆਂ ਦੇ ਨਿੰਦਕ ਹੁੰਦੇ ਹਨ, ਕਿੱਦਾਂ ਕਿੱਦਾਂ ਉਹਨਾਂ ਦੀ ਤੁਲਨਾ ਕੀਤੀ ਗਈ ਹੈ। ਉੱਲੂ ਅੰਨੇ ਹੋ ਜਾਂਦੇ ਹਨ। ਇਹਦੇ ਵਿੱਚ ਸੂਰਜ ਦਾ ਤਾਂ ਕੋਈ ਦੋਸ਼ ਨਹੀਂ ਨਾ ਹੈ। ਚੂਨ ਨਾ ਬੀਨੀ ਛਪਰਾਏ ਚਸ਼ਮ, ਚਸ਼ਮਾਏ ਆਫਤਾਬ ਰਾਜ ਗੁਨਾਹ। ਜੇਕਰ ਉੱਲੂਆਂ ਨੂੰ ਸੂਰਜ ਚੜ੍ਹਿਆ ਅੱਖਾਂ ਦੇ ਨਾਲ ਕੁਝ ਦਿਸਦਾ ਨਹੀਂ, ਤਾਂ ਇਸ ਵਿੱਚ ਆਫਤਾਬ ਸੂਰਜ ਦਾ ਕੀ ਗੁਨਾਹ ਹੈ। ਪਤਰੰਗ ਨਾਏ ਯਦਾ ਕ੍ਰੇਰ ਬਿਟਪੰਗ ਦੋਸ਼ੋ ਬਸੰਤਪ ਕਿਮ, ਨੋਲੂ ਕੋਪਿਆ ਬਲੋਕ ਤੇ ਯਦਿ ਦਿਵਿਆ ਸੂਰਜੈ ਕਿਮ ਦੂਸ਼ਣੰ, ਧਾਰਾ ਨਾਏ ਪਤੰ ਚਾਤ੍ਰਿਕ ਮੁਖੇ ਮੇਘ ਸਮੈ ਕਿਮ ਦੂਸ਼ਣੰ, ਜਨੰ ਮਾਇਆ ਜਤ ਸਰਜਤ ਨੂੰ ਵਿਦੇਨ ਲਿਲਾਟ ਲਿਖੇ। ਅਤੇ ਜੇਕਰ ਬਸੰਤ ਦੀ ਰੁੱਤ ਦੇ ਵਿੱਚ ਵੀ ਕਰੀਰ ਦੇ ਬ੍ਰਿਛ ਨੂੰ ਨਵੇਂ ਪੱਤੇ ਨਹੀਂ ਆਉਂਦੇ, ਇਹਦੇ ਵਿੱਚ ਭਾਈ ਬਸੰਤ ਰੁੱਤ ਦਾ ਕੀ ਦੋਸ਼ ਹੈ। ਜੇਕਰ ਨੰਨੇ ਦੇ ਉੱਪਰਲੇ ਹੋੜੇ ਤੋਂ ਆਪਾਂ ਊੜਾ ਹਟਾ ਦਿੰਦੇ ਹਾਂ ਨਾ, ਯਦਿ ਨਾ ਉੱਲੂ ਦੇ ਨੇਤਰਾਂ ਵਿੱਚ ਦੇਖਣ ਵਾਲੀ ਦਿਸ਼ਾ ਰੋਸ਼ਨੀ ਸ਼ਕਤੀ ਖਤਮ ਹੋ ਜਾਂਦੀ ਹੈ, ਇਸ ਵਿੱਚ ਸੂਰਜ ਦਾ ਕੀ ਦੋਸ਼ ਹੈ। ਉਹ ਸੂਰਜ ਨੂੰ ਦੇਖ ਕੇ ਕ੍ਰੋਧ ਕਰੀ ਜਾਂਦਾ ਹੈ। ਜੇਕਰ ਪਪੀਹੇ ਦੇ ਮੂੰਹ ਵਿੱਚ ਕੰਠ ਵਿੱਚ ਛੇਕ ਹੋਣ ਕਰਕੇ ਬਾਰਿਸ਼ ਦੀ ਧਾਰਾ ਪੈਂਦੀ ਨਹੀਂ, ਇਹਦੇ ਵਿੱਚ ਬੱਦਲਾਂ ਦਾ ਕੀ ਦੋਸ਼ ਹੈ। ਇਸੇ ਤਰ੍ਹਾਂ ਇਹ ਜੋ ਮਾਇਆ ਰਚਿਤ ਸਰੀਰ ਬਣਿਆ ਹੈ, ਜੋ ਵਿਧਾਤਾ ਨੇ ਇਹਦੇ ਕਰਮਾਂ ਅਨੁਸਾਰ ਮੱਥੇ ਤੇ ਲਿਖ ਦਿੱਤਾ ਹੋਇਆ ਹੈ, ਜੀਵ ਨੂੰ ਉਸ ਤਰ੍ਹਾਂ ਹੀ ਚੱਲਣਾ ਪਏਗਾ। ਚੰਦਰਮਾ ਦੀ ਚਾਂਦਨੀ ਸਭਨਾਂ ਨੂੰ ਭਾਉਂਦੀ ਹੈ, ਪਰ ਚੋਰ ਉਚੱਕੇ ਦੇਖ ਕੇ ਦੁਖੀ ਹੋ ਜਾਂਦੇ ਹਨ। ਇਸੇ ਤਰ੍ਹਾਂ ਮਹਾਪੁਰਸ਼ ਵੀ ਹਰ ਇੱਕ ਜੀਵ ਦਾ ਭਲਾ ਹੀ ਲੋਚਦੇ ਹਨ, ਭਲਾ ਹੀ ਚਾਹੁੰਦੇ, ਭਲਾ ਹੀ ਕਰਦੇ ਹਨ। ਜਿਵੇਂ ਚੰਦਰਮਾ 'ਚ ਸ਼ੀਤਲਪੁਣਾ ਕੁਦਰਤੀ ਹੈ, ਇਸੇ ਤਰ੍ਹਾਂ ਮਹਾਪੁਰਸ਼ਾਂ ਦਾ ਉਪਕਾਰ ਕਰਨਾ ਹੀ ਉਹਨਾਂ ਦੇ ਜੀਵਨ ਦਾ ਇੱਕ ਅਨਿਖੜਵਾਂ ਅੰਗ ਹੈ। ਉਪਕਾਰੀ ਪਿਆਰੀ ਗਿਰਾ ਕਰੈ ਅਕਿਰਤਮ ਪ੍ਰੀਤ, ਸੰਤਨ ਇਹੀ ਸੁਭਾਅ ਹੈ ਸਸ ਸੀਤਲ ਕਿਨ ਕੀਤ। ਪਰ ਦੁਸ਼ਟ ਪੁਰਸ਼ ਬਿਨਾਂ ਕਿਸੇ ਪ੍ਰਯੋਜਨ ਤੋਂ ਉਹਨਾਂ ਦੇ ਨਾਲ ਈਰਖਾ ਕਰਨ ਲੱਗ ਜਾਂਦੇ ਹਨ। ਮ੍ਰਿਗ ਚੱਕ ਸੰਤਨ ਵੇ ਬ੍ਰਤ ਤ੍ਰਿਣ ਸੰਬਤ ਸਬਰ ਸੰਤੋਖ, ਲਵਦ ਕੁਜੀਵਰ ਦੁਸ਼ਟ ਜਨ ਕਰੈ ਅਕਾਰਨ ਦੋਖ। ਮ੍ਰਿਗਾਂ ਦੀ, ਮੱਛੀਆਂ ਦੀ ਤੇ ਸੰਤਾਂ ਦੀ ਇਹ ਬਿਰਤੀ ਜਾਇਜ਼ ਹੈ। ਉਹ ਕਿਸੇ ਨੂੰ ਦੁੱਖ ਨਹੀਂ ਦਿੰਦੇ। ਮ੍ਰਿਗ ਘਾਹ, ਮੱਛੀ ਪਾਣੀ ਦਾ ਜਾਲਾ ਖਾਂਦੀ ਹੈ, ਅਤੇ ਸੰਤ ਲੋਕ ਸੰਤੋਖ ਦੇ ਵਿੱਚ ਹੀ ਮਸਤ ਰਹਿੰਦੇ ਨੇ, ਕੰਟੈਂਟਮੈਂਟ ਵਿੱਚ ਹੀ ਰੇਖਾ ਕਰਦੇ ਹੈ। ਪਰ ਉਹ ਕਿਸੇ ਪਾਸੋਂ ਕੁਝ ਮੰਗਦੇ ਨਹੀਂ। ਲੁਬਧ ਮਾਸਾਹਾਰੀ ਲੋਭੀ ਪੁਰਸ਼ ਬਿਨਾਂ ਕਿਸੇ ਦੋਸ਼ ਤੋਂ ਮਿਰਗ ਨੂੰ, ਤੇ ਕੁਝ ਝੀਵਰ ਮੱਛੀਆਂ ਪਕੜਨ ਵਾਲੇ ਮਾਛੀ ਲੋਕ ਬਿਨਾਂ ਕਿਸੇ ਵੈਰ ਤੋਂ ਅਕਾਰਨ ਵੈਰ ਕਰਕੇ ਮੱਛੀਆਂ ਨੂੰ ਮਾਰ ਮਾਰ ਕੇ ਖਾਂਦੇ ਨੇ। ਦੱਸੋ ਮੱਛੀ ਨੇ ਝਿਓਰ ਦਾ ਕੀ ਵਿਗਾੜਿਆ, ਮੱਛੀਆਂ ਪਕੜਨ ਵਾਲੇ ਦਾ ਕੀ ਵਿਗਾੜਿਆ ਹੈ। ਇਸੇ ਤਰ੍ਹਾਂ ਦੁਸ਼ਟ ਪੁਰਸ਼ ਅਕਾਰਨ ਹੀ ਸੰਤਾਂ ਨਾਲ ਵੈਰ ਕਰਨ ਲੱਗ ਜਾਂਦੇ ਹਨ, ਕਿਉਂਕਿ ਮਨੁੱਖਾਂ ਦੇ ਆਪੋ ਆਪਣੇ ਸੁਭਾਅ ਨੇ। ਚਾਰ ਭਾਂਤ ਨਰ ਹੈ ਜਗ ਜਾਨੋ, ਚਾਰ ਤਰ੍ਹਾਂ ਦੇ ਲੋਕ ਨੇ ਸੰਸਾਰ ਤੇ। ਚਾਰ ਭਾਂਤ ਨਰ ਹੈ ਜਗ ਜਾਨੋ, ਮਾਖੀ ਸਾਂਪ ਅਸੁਰ ਸੁਰ ਮਾਨੋ। ਮੱਖੀਆਂ ਵਰਗੇ ਕਹਿ ਲਓ, ਸੱਪ ਵਰਗੇ, ਅਸੁਰ ਦੈਤਾਂ ਵਰਗੇ, ਸੁਰ ਦੇਵਤਿਆਂ ਵਰਗੇ ਮਾਨੋ। ਆਪ ਖੋਏ ਪਰ ਕਾਜ ਵਿਗਾਰੈ,
से माखी सम लखो अपारै, बिना लाभ निज पर की हानि, कर है सो नर सांप समानी। पर को मार काज निज करै, सो नर राक्ष बुद्ध जन रै। ययों तयों कर कर है उपकारे, आगे देव नर जगत मझारे। ਜਗਤ ਵਿੱਚ 4 ਪ੍ਰਕਾਰ ਦੇ ਪੁਰਸ਼ ਨੇ, ਮੱਖੀ ਵਾਂਗੂ, ਸੱਪ ਵਾਂਗੂ, ਰਾਖਸ਼ ਵਾਂਗੂ ਤੇ ਦੇਵਤੇ ਦੀ ਤਰ੍ਹਾਂ, ਜੋ ਆਪਣਾ ਆਪ ਗਵਾ ਕੇ ਵੀ ਪਰਾਏ ਦੇ ਕੰਮ ਨੂੰ ਵਿਗਾੜਦੇ ਨੇ, ਉਹ ਮੱਖੀਆਂ ਵਰਗੇ ਨੇ। ਸੁਣਿਓ ਜਰਾ ਧਿਆਨ ਨਾਲ। ਕੱਲ ਦੀ ਕਥਾ ਜਦੋਂ ਚੱਲ ਰਹੀ ਸੀ, ਕਈ ਪ੍ਰੇਮੀਆਂ ਨੇ ਉਹ ਕਥਾ ਨੂੰ ਸੁਣ ਕੇ ਬੜਾ ਆਨੰਦ ਪ੍ਰਾਪਤ ਕੀਤਾ ਔਰ ਕਈਆਂ ਨੂੰ ਕਾਫੀ ਜ਼ਿਆਦਾ ਮਿਰਚਾਂ ਵਗੈਰਾ ਲੱਗੀਆਂ। ਸੋ ਸ਼ਾਇਦ ਇਸੇ ਕਰਕੇ ਕਥਾ ਵਿੱਚ ਇਹ ਪ੍ਰਸੰਗ ਆਇਆ ਹੋਵੇਗਾ। ਸੋ ਕੀ ਫਰਮਾਨ ਕਰਦੇ ਹਨ? ਇੱਕ ਉਹ ਲੋਕ ਨੇ ਮੱਖੀਆਂ ਵਰਗੇ, ਮੱਖੀ ਆਪਣੇ ਆਪ ਨੂੰ ਚਾਹੇ ਗਵਾ ਦੇਵੇ, ਮਰ ਜਾਵੇ, ਖਤਮ ਹੋ ਜਾਵੇ, ਪਰ ਦੂਜੇ ਦਾ ਕੰਮ ਵਿਗਾੜਨੋਂ ਨਹੀਂ ਹਟਦੀ ਹੈ। ਪਤਾ ਕਿਵੇਂ? ਜਿਵੇਂ ਮੱਖੀ ਦੁੱਧ ਜਾਂ ਘਿਓ ਨੂੰ ਖਰਾਬ ਕਰਨ ਵਾਸਤੇ ਉਹਦੇ ਵਿੱਚ ਆ ਕੇ ਬੈਠਣ ਦਾ ਯਤਨ ਕਰਦੀ ਹੈ, ਕਿਵੇਂ ਖਰਾਬ ਕਰ ਦੇਵਾਂ, ਉਹਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਮਰਵਾ ਲੈਂਦੀ ਹੈ। ਦੁੱਧ ਤਾਂ ਉਹਨੇ ਪੀਤਾ ਨਹੀਂ, ਘਿਓ ਵੀ ਨਹੀਂ ਖਾਧਾ ਹੈ, ਉਹ ਅਗਲਿਆਂ ਨੂੰ ਡੋਲਣਾ ਪੈ ਜਾਂਦਾ ਹੈ। ਮੱਖੀ ਆਪ ਮਰ ਗਈ, ਦੂਜੇ ਦਾ ਕੰਮ ਵਿਗਾੜਦੀ, ਉਹਨੂੰ ਤਾਂ ਕੁਛ ਪ੍ਰਾਪਤੀ ਨਹੀਂ ਹੋਇਆ। ਜੋ ਬਿਨਾਂ ਹੀ ਆਪਣੇ ਲਾਭ ਤੋਂ ਪਰਾਏ ਦਾ ਨੁਕਸਾਨ ਕਰਦੇ ਨੇ, ਉਹ ਪੁਰਸ਼ ਸੱਪ ਦੇ ਸਮਾਨ ਨੇ, ਜੋ ਦੂਸਰੇ ਨੂੰ ਮਾਰ ਕੇ ਆਪਣਾ ਕੰਮ ਸਵਾਰਦੇ ਨੇ। ਉਹਨਾਂ ਨੂੰ ਬੁੱਧੀਵਾਨ ਪੁਰਸ਼ ਰਾਖਸ਼ ਕਹਿੰਦੇ ਨੇ। ਮਹਾਪੁਰਸ਼ ਜਿਵੇਂ ਕਿਵੇਂ ਵੀ ਹੋਵੇ, ਪਰ ਉਪਕਾਰ ਦਾ ਕੰਮ ਹਮੇਸ਼ਾ ਕਰਦੇ ਰਹਿੰਦੇ ਹਨ। ਜਗਤ ਵਿੱਚ ਦੇਵਤਾ ਰੂਪ ਕਰਕੇ ਪ੍ਰਗਟ ਹੁੰਦੇ ਹਨ। ਵਿਰੋਧ ਹੁੰਦਾ ਕਿਉਂ ਹੈ? ਪਹਿਲਾਂ ਆਪ ਜੀ ਦੇ ਪਾਸ ਜਦੋਂ ਅਜੇ ਤੱਕ ਕੋਈ ਹੋਰ ਬਹੁਤੇ ਸੱਜਣ ਨਹੀਂ ਸੀ ਆਇਆ ਕਰਦੇ, ਦੋਵੇਂ ਮਹਾਤਮਾ ਜਨ, ਵੱਡੇ ਤੇ ਛੋਟੇ ਮਹਾਰਾਜ ਜੀ, ਆਕਾਸ਼ੀ ਵਰਤੀ ਧਾਰਨ ਕਰਨ, ਭਜਨ ਸਿਮਰਨ ਵਿੱਚ ਜੁੜੇ ਰਹਿਣਾ। ਜਦੋਂ ਨਜ਼ਦੀਕ ਦੇ ਨਗਰਾਂ ਵਿੱਚ ਕਿਸੇ ਖਾਸ ਪ੍ਰੇਮੀ ਦੇ ਘਰ ਚਰਨ ਪਾਉਣੇ, ਤਾਂ ਉਸ ਵੱਲੋਂ ਭੇਟਾ ਕੀਤੀ ਮਾਇਆ ਉਸੇ ਜਗ੍ਹਾ ਤੇ ਛੱਡ ਕੇ ਆ ਜਾਇਆ ਕਰਦੇ ਮਹਾਰਾਜ ਜੀ। ਜਿਸ ਨੂੰ 1-2 ਮਗਰ ਲੱਗੇ ਪਿੰਡਾਂ ਦੇ ਨਵੇਂ ਬਣੇ ਅਕਾਲੀ ਸੱਜਣਾ ਨੇ ਚੁੱਕ ਕੇ ਆਪਣੇ ਨਿੱਜੀ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਮਾਇਆ ਨੂੰ। ਸੰਤ ਜੀ ਮਹਾਰਾਜ ਤਾਂ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਘੱਟ ਧਿਆਨ ਦਿੰਦੇ ਹੀ ਨਹੀਂ ਸਨ। ਫਿਰ ਉਹਨਾਂ ਨੂੰ ਹੋਰ ਵੀ ਮੂੰਹ ਪੈ ਗਿਆ, ਸਾਤੋਂ ਕਿਹੜਾ ਕੋਈ ਹਿਸਾਬ ਪੁੱਛਦਾ ਹੈ। ਜਿਸ ਪਿੰਡ ਜਾਣਾ ਉਹਨਾਂ ਨੇ ਨਾਲ ਹੀ ਤੁਰ ਪੈਣਾ। ਪਹਿਲਾਂ ਸੰਤ ਮਹਾਰਾਜ ਦੇ ਨਾਲ ਉੱਥੇ ਜਾ ਕੇ ਚੰਗਾ ਚੋਖਾ ਛਕਣਾ, ਫਿਰ ਭੋਗ ਉਪਰੰਤ ਪ੍ਰੇਮੀਆਂ ਵੱਲੋਂ ਭੇਟਾ ਕੀਤੀ ਮਾਇਆ ਆਪਣੀ ਜੇਬ ਵਿੱਚ ਪਾ ਕੇ ਆਖਣਾ ਕਿ ਸੰਤ ਤਾਂ ਤਿਆਗੀ ਨੇ, ਇਹਨਾਂ ਨੇ ਤਾਂ ਮਾਇਆ ਕਰਨੀ ਹੀ ਕੀ ਹੈ। ਹੌਲੀ ਹੌਲੀ ਇਹਨਾਂ ਨਾਲ ਹੋਰ ਪਿੰਡਾਂ ਦੇ ਨਵੇਂ ਬਣੇ ਅਕਾਲੀ ਵੀ ਮਿਲ ਗਏ, ਜਿਨ੍ਹਾਂ ਨੇ ਇਕੱਠਿਆਂ ਹੋ ਕੇ ਮਾਇਆ ਨੂੰ ਨਜਾਇਜ਼ ਤਰੀਕੇ ਨਾਲ ਗੁਰਮਤ ਤੋਂ ਵਿਰੁੱਧ ਨਸ਼ਿਆਂ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਪੂਜਾ ਦੇ ਧਾਨ ਨੇ ਇਹਨਾਂ ਦੀ ਹੋਰ ਮਤ ਬਣਾ ਦਿੱਤੀ, ਮਤ ਮਾਰ ਹੀ ਦਿੱਤੀ। ਜਿਵੇਂ ਬਜ਼ੁਰਗ ਕਹਿੰਦੇ ਸੀ, ਗੁਰੂ ਘਰ ਦੀਆਂ ਰੋਟੀਆਂ 3 ਕੰਮ ਕਰੇਣ, ਮਤ ਮਾਰਨ, ਹੱਡ ਗਾਲਣ, ਕੰਮ ਕਰਨ ਨਾ ਦੇਣ। ਜਿਹਨੇ ਸੇਵਾ ਹੀ ਨਹੀਂ ਕਰਨੀ, ਜਾਣਾ ਰੱਜ ਪੁੱਜ ਕੇ ਖਾ ਕੇ 8-9 ਮੱਕੀ ਦੀਆਂ, ਫੇਰ ਕੇ ਪੇਟ ਦੇ ਉੱਤੇ ਹੱਥ, ਕਹਿਣਾ ਚੰਗਾ ਵੇ ਬਾਬੇ ਨਾਨਕਾ ਫੇਰ ਮਿਲेंगे। ਨਾ ਕੋਈ ਸੇਵਾ ਕਰਨੀ, ਨਾ ਕੋਈ ਬਰਤਨ ਮਾਂਜਣੇ, ਆ ਫੇਸਬੁੱਕ ਤੇ WhatsApp ਤੇ ਬਹਿ ਕੇ ਸੰਤਾਂ ਦੀ ਨਿੰਦਿਆ ਕਰੀ ਜਾਣੀ। ਐਸੇ ਲੋਕਾਂ ਨੂੰ ਇਹ ਕਿਹਾ ਗਿਆ। ਸੁਣਿਓ ਜਰਾ ਧਿਆਨ ਨਾਲ। ਗਿਆਨੀ ਗਿਆਨ ਸਿੰਘ ਜੀਆਂ ਨੇ ਪੰਥ ਪ੍ਰਕਾਸ਼ ਵਿੱਚ ਬੜੇ ਸੁੰਦਰ ਤਰੀਕੇ ਦੇ ਨਾਲ ਖੁਲਾਸਾ ਕਰਨਾ ਕੀਤਾ ਹੈ। ਜੈਸਾ ਤਨ ਖਾਏ ਤੈਸੋ ਤਾਕੋ ਮਨ ਹੋਏ, ਪੂਜਾ ਸਮ ਮੈਲਾ ਹੋਏ, ਮੈਲਾ ਕੋਈ ਧਾਨ ਨਾ ਉਚਾਰੀਆ। ਭਗਤ ਭਜਨ ਦਾਨ ਜਤ ਸਤ ਗਿਆਨ ਬਿਨ, ਪਚਤ ਨ ਪੂਜਾ
ਰਾਖਸ਼ਨੀ ਪੀਤਕਾਰੀਆ। ਕਾਮਨਾ ਅਨੇਕ ਧਰ ਸਿਰ ਸੁਤਵਾਰ ਕਰ, ਪੂਜਾ ਦੇਤ ਨਰ ਮਹਾ ਮੰਦ ਤਨ ਭਾਰੇ ਹੈ। ਤਾਹੇ ਵਸਿਸ਼ਟ ਜੂ ਰਾਮ ਪ੍ਰਤ ਕਹਿਓ ਐਸ, ਅਗੇ ਅਤ ਮੰਦ ਭਾਗ ਹੋਵਤ ਪੁਜਾਰੇ ਹੈ। ਅਤੀ ਮੰਦ ਭਾਗ ਨੇ ਉਹਨਾਂ ਲੋਕਾਂ ਦੇ ਜਿਹੜੇ ਨਾਲੇ ਉੱਥੋਂ ਸਾਧੂ ਸੰਤਾਂ ਕੋਲੋਂ ਖਾਂਦੇ ਐ, ਨਾਲੇ ਸਾਧੂ ਸੰਤਾਂ ਦੀ ਨਿੰਦਿਆ ਕਰਦੇ ਐ। ਇਧਰੋਂ ਸਮਾਂ ਪਾ ਕੇ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਇੱਕ ਦੋ ਹੋਰ ਪ੍ਰੇਮੀ ਆ ਗਏ, ਜਿਸ ਕਰਕੇ ਹਰ ਇੱਕ ਚੀਜ਼ ਦੀ ਲੋੜ ਪੈਂਦੀ, ਮੰਗ ਕਿਸੇ ਕੋਲੋਂ ਕਰਿਆ ਨਹੀਂ ਸੀ ਕਰਦੇ। ਜਦੋਂ ਪਿੰਡਾਂ ਦੇ ਸ਼ਰਧਾਲੂ ਪ੍ਰੇਮੀਆਂ ਨੂੰ ਪਤਾ ਲੱਗਾ ਕਿ ਸਾਡੇ ਵੱਲੋਂ ਭੇਟਾ ਕੀਤੀ ਮਾਇਆ ਸੰਤ ਮਾਰੇ ਪਾਸ ਤਾਂ ਪੁੱਜਦੀ ਓ ਨਹੀਂ ਹੈ, ਫਿਰ ਉਹ ਇਸ ਗੱਲ ਤੇ ਆਪ ਕੰਟਰੋਲ ਕਰਨ ਲੱਗ ਪਏ, ਮਾਇਆ ਜਾਂਦੀ ਕਿੱਥੇ ਹੈ, ਕੌਣ ਇਸ ਮਾਇਆ ਨੂੰ ਵਰਤਦਾ ਹੈ। ਭਾਵੇਂ ਸੰਤ ਜੀ ਮਹਾਰਾਜ ਦਾ ਤਾਂ ਇਸ ਪਾਸੇ ਉੱਕਾ ਹੀ ਖਿਆਲ ਨਹੀਂ ਹੈਗਾ ਸੀ, ਪਰ ਫਿਰ ਵੀ ਉਹਨਾਂ ਨੇ ਆਪਣੀ ਭਾਵਨਾ ਅਨੁਸਾਰ ਮਾਇਆ ਚੁੱਕ ਕੇ ਲੰਗਰ ਦਾ ਸਮਾਨ ਖਰੀਦ ਕੇ ਢੱਕੀ ਦੇ ਵਿੱਚ ਭੇਜ ਦੇਣਾ। ਮਾਇਆ ਨੂੰ ਪਹਿਲੇ ਚੁੱਕਣ ਵਾਲੇ ਸੱਜਣ ਦੁਖੀ ਹੋਣ ਲੱਗ ਪਏ, ਉਹਨਾਂ ਦਾ ਖਾਣ ਮਰਨ ਲੱਗ ਪਿਆ। ਉਹਨਾਂ ਦਾ ਤਾਂ ਮਤਲਬ ਕੀ ਹੈ, ਆਪਾਂ ਆਪ ਦੀ ਮਰਜ਼ੀ ਤਾਂ ਕਰਨੀ ਨਹੀਂ। ਗੁਰਬਾਣੀ ਕਹਿੰਦੀ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਆ ਜਿਹੜੇ ਮਨਮੁਖਾਂ ਦੀ ਦੋਸਤੀ ਹੈ ਨਾ, ਇਹ ਓਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਉਹਨਾਂ ਨੂੰ ਖਾਣ ਨੂੰ ਮਿਲਦਾ ਹੈ। ਜਿੱਦਣ ਤੁਸੀਂ ਉਹਨਾਂ ਦਾ ਖਾਣਾ ਬੰਦ ਕਰ ਦਿਓਗੇ, ਤੁਹਾਡੀ ਨਿੰਦਿਆ ਸ਼ੁਰੂ ਕਰ ਦੇਣਗੇ। ਬਾਣੀ ਕਹਿੰਦੀ ਲੋਭੀ ਕਾ ਵਿਸਾਖ ਉਹਨਾਂ ਕੀਚੈ ਜੇ ਕਾ ਪਾਰ ਵਸਾਏ। ਲੋਭੀ ਬੰਦੇ ਤੇ ਭਰੋਸਾ ਨਾ ਕਰੀ, ਕੀ ਪਤਾ ਤੇਰੀ ਪਿੱਠ ਤੇ ਵਾਰ ਹੀ ਕਰਕੇ ਚਲਿਆ ਜਾਏ। ਇਸ ਕਰਕੇ ਇਹ ਲੋਭੀ, ਲਾਲਚੀ, ਕਾਮੀ, ਕ੍ਰੋਧੀ, ਚਾਤਰੀ, ਬਾਜੀ ਗਰਬੇ ਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬੂ ਨਾ ਸਿਮਰਿਓ ਰਾਮ। ਐਸੇ ਐਸੇ ਪੁਰਸ਼ਾਂ ਬਾਰੇ ਬੜਾ ਵਿਸਥਾਰ ਸਹਿਤ ਦੱਸ ਰਹੇ ਕਰ। ਅਖੀਰ ਨੂੰ ਉਹਨਾਂ ਨੇ ਅਕਾਰਨ ਹੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਿਹੜੇ ਤਾਂ ਡੇਰੇ ਵਿੱਚ ਜਾ ਕੇ ਸੇਵਾ ਕਰਦੇ ਐ, ਮਹਾਪੁਰਸ਼ਾਂ ਦਾ ਦਰਸ਼ਨ ਦੀਦਾਰ ਕਰਦੇ ਐ, ਉਹ ਤਾਂ ਕਹਿੰਦੇ ਨੇ ਐਸਾ ਸਮਾਂ ਸਾਨੂੰ ਮਿਲੇ। ਹੁਣ ਜਿਹੜੇ ਜਾਂਦੇ ਐ, ਨਾਲੇ ਰੋਟੀਆਂ ਖਾਂਦੇ ਨਾਲੇ ਪੈਸਾ ਚੁੱਕਦੇ ਐ ਉੱਥੋਂ, ਉਹਨਾਂ ਦਾ ਖਾਣ ਮਰ ਗਿਆ। ਹੁਣ ਉਹ ਫਿਰ ਬਾਹਰ ਆ ਕੇ ਨਿੰਦਿਆ ਕਰਨ ਲੱਗ ਗਏ, ਵਿਰੋਧ ਕਰਨ ਲੱਗ ਗਏ। ਸਾਧ ਸੰਗਤ ਜੀ, ਤੁਹਾਡਾ ਵਿਰੋਧ ਕੌਣ ਕਰੂਗਾ? ਤੁਹਾਡਾ ਵਿਰੋਧ ਉਹ ਕਰੇਗਾ ਜਿਹੜਾ ਤੁਹਾਡੇ ਤੋਂ ਪਿੱਛੇ ਰਹਿ ਜਾਏਗਾ। ਜਿਹੜਾ ਤੁਹਾਡੇ ਬਰਾਬਰ ਤੁਰਦਾ ਹੈ ਉਹ ਵੀ ਨਹੀਂ ਵਿਰੋਧ ਕਰੇਗਾ। ਜਿਹੜਾ ਤੁਹਾਡੇ ਤੋਂ ਅੱਗੇ ਲੰਘ ਗਿਆ ਉਹ ਕਿਉਂ ਵਿਰੋਧ ਕਰੇਗਾ? ਜਿਹੜਾ ਪਿੱਛੇ ਲੰਘ ਗਿਆ ਕਿ ਮੈਂ ਚਾਹੁੰਦਾ ਸੀ ਇਹ ਵੀ ਕਰਾਂ ਉਹ ਵੀ ਕਰਾਂ, ਇਹ ਮੇਰੇ ਤੋਂ ਅੱਗੇ ਹੋ ਗਿਆ, ਫਿਰ ਤੁਸੀਂ ਇਹ ਸਮਝ ਲੈਣਾ ਕਿ ਤੁਹਾਡੇ ਵਿਰੋਧੀ ਪੈਦਾ ਹੋ ਗਏ। ਹੁਣ ਜਿਹੜੇ ਵਿਰੋਧੀ ਪੈਦਾ ਹੋਏ ਉਹਨਾਂ ਦੇ ਵਿੱਚ ਘਲੋਟੀ, ਕਣਗਸਾਂ, ਮੁਕੰਦਪੁਰ ਦੇ ਤੇ ਹੋਰ ਕਈ ਪਿੰਡਾਂ ਦੇ ਲੋਕ ਸ਼ਾਮਲ ਹੋਏ। ਉਹ ਆਪਸ ਵਿੱਚ ਮਿਲ ਕੇ ਕਹਿਣ ਲੱਗੇ, ਆਪਾਂ ਸੰਤਾਂ ਤੋਂ ਹਿਸਾਬ ਮੰਗੋ। ਇਹਨਾਂ ਨੂੰ ਪੁੱਛੋ ਵੀ ਜਿਹੜਾ ਲੋਕ ਪੈਸਾ ਤੁਹਾਨੂੰ ਚੜਾ ਕੇ ਜਾਂਦੇ ਐ, ਉਹ ਪੈਸਾ ਦੱਸੋ ਤੁਸੀਂ ਕਰਦੇ ਕੀ ਹੋ? ਤੁਸੀਂ ਸਾਡੇ ਵਾਂਗ ਨੀਲੀ ਪੱਗ ਬੰਨੋ, ਅਕਾਲੀ ਲਹਿਰ ਦੇ ਵਿੱਚ ਪ੍ਰਚਾਰ ਕਰੋ ਅਤੇ ਸੰਤਾਂ ਨੂੰ ਆਖੋ ਤੁਸੀਂ ਮੱਥਾ ਕਿਉਂ ਟਿਕਾਉਂਦੇ ਹੋ? ਮੱਥਾ ਨਾ ਟਿਕਾਇਆ ਕਰੋ। ਜੋ ਤੁਹਾਡੇ ਕੋਲ ਜਿੰਨੀ ਮਾਇਆ ਆਉਂਦੀ ਹੈ ਕਿੱਥੇ ਰੱਖਦੇ ਹੋ, ਕਿੱਥੇ ਖਰਚ ਕਰਦੇ ਹੋ? ਯਾਨੀ ਇਹ ਹਿਸਾਬ ਮੰਗਣ ਵਾਸਤੇ ਤੇ ਸਾਧੂਆਂ ਵਾਲਾ ਸਾਦਾ ਚਿੱਟਾ ਲਿਬਾਸ ਉਤਰਵਾ ਕੇ ਕਹਿੰਦੇ ਕਾਲੀਆਂ ਵਾਲਾ ਬਾਣਾ ਪਾਓ। ਚਾਹੇ ਅਕਾਲੀ ਲਹਿਰ ਵਧੀਆ ਵੀ ਸੀ, ਪਰ ਆ ਜਿਨ੍ਹਾਂ ਦੇ ਲੱਛਣ ਲਿਖੇ ਜਾ ਰਹੇ ਨੇ, ਨਸ਼ੈੜੀ ਪੁਰਸ਼, ਆਪਦੀਆਂ ਵੋਟਾਂ ਵੇਲੇ ਸ਼ਰਾਬਾਂ ਵੰਡਣ ਵਾਲੇ, ਪੈਸਾ ਵੰਡਣ ਵਾਲੇ, ਜਿਹੜੇ ਧਰਮ ਦੇ ਉਲਟ ਕੰਮ ਕਰਦੇ ਨੇ, ਚਾਹੇ ਕੋਈ ਹੋਵੇ ਭਾਈ, ਉਹਨਾਂ ਦਾ ਖਿਆਲ ਸੀ ਕਿ ਸਾਨੂੰ ਸੰਤਾਂ ਕੋਲੋਂ ਚੰਗਾ ਗੱਫਾ ਮਿਲ ਜੂਗਾ ਅਤੇ ਉਹ ਇਸ ਗੱਲ ਨੂੰ ਸੁਣ ਕੇ ਸਾਨੂੰ ਪੈਸੇ ਦੇ ਦੇਣਗੇ, ਸਾਤੋਂ ਡਰ ਜਾਣਗੇ ਵੀ ਕਿਤੇ ਸਾਡਾ ਕੋਈ ਵੀਕ ਪੁਆਇੰਟ ਨੇ ਇਹਨਾਂ ਕੋਲ ਆ ਜਾਵੇ। ਇਹ ਉਹਨਾਂ ਮਨਮੱਤੀਆਂ ਨੇ ਜਦੋਂ ਸੰਤ ਜੀ ਮਹਾਰਾਜ ਦੇ ਪਾਸ ਆ ਕੇ ਆਖਿਆ ਤਾਂ ਹਜ਼ੂਰ ਨੇ ਮੁਸਕਰਾ ਕੇ ਉੱਤਰ ਦਿੱਤਾ, ਪ੍ਰੇਮੀਓ ਧੰਨ ਭਾਗ, ਜੀ ਆਇਆਂ ਨੂੰ, ਤੁਸੀਂ ਬੜੀ ਕਿਰਪਾ ਕੀਤੀ ਜੋ ਦਰਸ਼ਨ ਬਖਸ਼ੇ। ਕੋਈ ਸੇਵਾ ਦੱਸੋ,
ਅਸੀਂ ਤਾਂ ਪਹਿਲੇ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੱਤ ਦਾ, ਨਰੋਲ ਗੁਰਬਾਣੀ ਦਾ ਧਾਰਮਿਕ ਪ੍ਰਚਾਰ ਕਰ ਰਹੇ ਹਾਂ। ਨਾ ਅੱਜ ਤੱਕ ਕਿਸੇ ਪਾਰਟੀ 'ਚ ਹਿੱਸਾ ਲਿਆ ਅਤੇ ਨਾ ਅੱਗੇ ਨੂੰ ਕਿਸੇ ਪਾਰਟੀ 'ਚ ਹਿੱਸਾ ਲਵਾਂਗੇ। ਹਾਂ, ਤਨੋ ਮਨੋ ਗੁਰੂ ਪੰਥ ਦੇ ਨਾਲ ਹਾਂ। ਸਾਧੂ ਵਿਹੰਗਮ ਅਭਿਆਗਤਾਂ ਵਾਸਤੇ ਲੰਗਰ ਚੱਲਦਾ ਹੈ। ਆਰਾਮ ਵਾਸਤੇ ਕਮਰੇ ਬਣੇ ਹੋਏ ਨੇ। 2 ਸਮੇਂ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਹੈ। ਸਾਡੀ ਮੰਗ ਕਿਸੇ ਤੋਂ ਕੋਈ ਵੀ ਨਹੀਂ। ਸੰਗ੍ਰਹਿ ਕੁਝ ਕੀਤਾ ਨਹੀਂ। ਜੋ ਪਦਾਰਥ ਪ੍ਰਾਰਬਧ ਅਨੁਸਾਰ ਗੁਰੂ ਵੱਲੋਂ ਮਿਲ ਰਿਹਾ ਹੈ ਉਸ ਨੂੰ ਵੰਡ ਕੇ ਛਕ ਰਹੇਗਾ। ਹਿਸਾਬ ਨਾ ਅਸੀਂ ਕਿਸੇ ਤੋਂ ਕਦੇ ਲਿਆ ਤੇ ਨਾ ਕਿਸੇ ਨੂੰ ਦੇਣਾ। ਨਾ ਹੀ ਸਾਡੇ ਪਾਸ ਕੋਈ ਵਸਤੂ ਜਮ੍ਹਾਂ ਹੈ। ਗੁਰੂ ਘਰ ਵਿੱਚ ਕੇਸਰੀ, ਸੁਰਮਈ ਤੇ ਸਫੈਦ 3 ਰੰਗ ਜਾਇਜ਼ ਨੇ। ਇਉਂ ਅਸੀਂ ਵੀ ਆਪਣੇ ਬਜ਼ੁਰਗਾਂ ਦੀ ਮਰਿਆਦਾ ਅਨੁਸਾਰ ਬੇਹੰਗਮੀ ਬਾਣਾ ਧਾਰਨ ਕੀਤਾ ਹੋਇਆ ਹੈ। ਕਿਸੇ ਦੇ ਦਬਾਅ ਹੇਠ ਆ ਕੇ ਇਹਨੂੰ ਬਦਲਿਆ ਨਹੀਂ ਜਾ ਸਕਦਾ। ਪਰ ਅਸੀਂ ਸਾਰਿਆਂ ਦੇ ਕਰਦੇ ਹਾਂ। ਕਿਸੇ ਵੀ ਰੰਗ ਤੇ ਅਸੀਂ ਕਦੇ ਕੋਈ ਤਰਕ ਕੀਤਾ ਹੀ ਨਹੀਂ। ਭਾਵੇਂ ਇਹ ਗੱਲਾਂ ਠੀਕ ਸਨ, ਪਰ ਉਹਨਾਂ ਦੇ ਮਨ ਦੀ ਇੱਛਾ ਪੂਰੀ ਨਾ ਹੋਈ। ਇੱਛਾ ਪੂਰੀ ਨਾ ਹੋਈ ਜਾਣ ਕੇ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ਼ਤਿਹਾਰਬਾਜ਼ੀ ਕਰਨ ਲੱਗੇ। ਇਹਨਾਂ ਪਾਸ ਤਾਂ ਜੀ ਡਾਕੂ ਆਉਂਦੇ ਐ, ਇਹਨਾਂ ਕੋਲ ਤਾਂ ਜੀ ਚੋਰ ਆਉਂਦੇ ਐ, ਧਾੜਵੇ ਆਉਂਦੇ ਐ। ਇਹ ਗੌਰਮੈਂਟ ਨੂੰ ਖਬਰਾਂ ਕੀਤੀਆਂ। ਉਹਨਾਂ ਨੇ ਗੁਪਤ ਤੌਰ ਤੇ ਆਦਮੀ ਭੇਜ ਦਿੱਤੇ, ਪਰ ਉੱਥੋਂ ਕੁਝ ਵੀ ਨਾ ਮਿਲਿਆ ਤੇ ਵਿਰੋਧੀਆਂ ਨੂੰ ਮੂੰਹ ਦੀ ਮਾਰ ਖਾਣੀ ਪਈ। ਹਾਰ ਗਏ। ਵਿਰੋਧੀਆਂ ਵੱਲੋਂ ਹੋਛੇ ਹਥਿਆਰ ਵਰਤੇ। ਇੱਕ ਤਾਂ ਹੁੰਦਾ ਹੈ, ਕਹਿੰਦੇ ਹੁੰਦੇ ਨੇ ਵੀ ਸਮਝਦਾਰ, ਜੇ ਦੁਸ਼ਮਣ ਵੀ ਸਮਝਦਾਰ ਹੋਵੇ ਨਾ, ਉਹ ਵੀ ਫਿਰ ਇਸ ਤਰੀਕੇ ਨਾਲ ਦੁਸ਼ਮਣੀ ਕਰਦਾ ਹੈ ਕਿ ਜੋ ਉਸ ਦੇ ਮਨ ਦਾ ਸੰਕਲਪ ਹੁੰਦਾ ਪੂਰਾ ਹੋ ਜਾਵੇ। ਇੱਕ ਹੁੰਦੇ ਨੇ ਹੋਛੇ ਲੋਕ, ਮੂਰਖ ਲੋਕ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੋ ਅਸੀਂ ਕਦਮ ਚੁੱਕਣ ਲੱਗੇ ਆ ਇਹ ਸਾਨੂੰ ਚੁੱਕਣਾ ਚਾਹੀਦਾ ਕਿ ਨਾ, ਇਹ ਕਿਸ ਲੈਵਲ ਦਾ ਅਸੀਂ ਮਾੜਾ ਕੰਮ ਕਰਨ ਲੱਗੇ ਆ। ਹੁਣ ਸੁਣਿਓ ਜਰਾ, ਸਾਧੂਆਂ ਦੇ ਵਿਰੋਧੀ, ਸਾਧੂਆਂ ਦੇ ਦੁਸ਼ਮਣ, ਸਾਧੂ ਤਾਂ ਕਿਸੇ ਨੂੰ ਦੁਸ਼ਮਣ ਮੰਨਦੇ ਨਹੀਂ ਹੈਗੇ, ਤੇ ਸਾਧੂਆਂ ਦੇ ਜਿਹੜੇ ਆਪੇ ਹੀ ਬਣੇ ਦੁਸ਼ਮਣ ਹੁੰਦੇ ਨੇ, ਕਿੱਥੋਂ ਤੱਕ ਬੇੜਾ ਗਰਕ ਸਕਦੇ ਉਹਨਾਂ ਦਾ। ਸੁਣਿਓ ਜਰਾ ਧਿਆਨ ਨਾਲ। ਸਿਆਲ ਦੀ ਰੁੱਤ ਕਿਸੇ ਬੇਨਸੀਬ ਦੇ ਕਰਮਾਂ ਵਰਗੀ ਕਾਲੀ ਬੋਲੀ ਰਾਤ ਆਪਣਾ ਭਯੰਕਰ ਹਨੇਰਾ ਚਾਰੇ ਪਾਸੇ ਫੈਲਾ ਰਹੀ ਹੈ। ਸਭ ਲੋਕ, ਬਲਕਿ ਜੰਗਲ ਦੇ ਜੀਵ ਜੰਤੂ ਵੀ ਆਰਾਮ ਦੇ ਵਿੱਚ ਹਨ। ਨਿੰਦਰਾ ਦੇਵੀ ਨੇ ਸਾਰੇ ਜਹਾਨ ਦੇ ਜਾਨਵਰਾਂ ਨੂੰ ਮਿੱਠੀਆਂ ਲੋਰੀਆਂ ਅਤੇ ਥਪਕੀਆਂ ਦੇ ਕੇ ਬੇਸ਼ੁੱਧ ਕਰ ਛੱਡਿਆ ਹੈ। ਇਹ ਨਹਿਰ ਦੇ ਕੰਢੇ ਸੁਨਸਾਨ ਜੰਗਲ ਕਾਲੀ ਬੋਲੀ ਰਾਤ ਦੀ ਸਹਾਇਤਾ ਨਾਲ ਅਤੀ ਭਿਆਨਕ ਦ੍ਰਿਸ਼ ਪੈਦਾ ਹੋ ਰਿਹਾ ਹੈ। ਬ੍ਰਿਛ ਬੂਟੇ ਹਨੇਰੇ ਦੇ ਡਰ ਨਾਲ ਚੁੱਪ ਹਨ। ਹਵਾ ਨੇ ਵੀ ਭੈ ਖਾ ਕੇ ਸ਼ਾਂਤ ਧਾਰਨ ਕਰ ਲਈ ਹੈ। ਸੰਘਣੇ ਜੰਗਲਾਂ ਵਿੱਚ ਰਹਿਣ ਵਾਲੇ ਸ਼ੇਰ ਆਦਿਕ ਮਾਸਾਹਾਰੀ ਖੂੰਖਾਰ ਜਾਨਵਰ ਵੀ ਇਸ ਸਮੇਂ ਸ਼ਿਕਾਰ ਦੀ ਇੱਛਾ ਛੱਡ ਕੇ ਆਪਣੇ ਘੁਰਨਿਆਂ ਦੇ ਵਿੱਚ ਸਿਰ ਦੇਈ ਬੈਠੇ ਹਨ। ਇਸ ਅਤ ਦੀ ਸਰਦੀ ਵਿੱਚ ਮਾਇਆ ਦੇ ਲਾਲਚ ਵਿੱਚ ਫਸਾ ਕੇ ਵਿਰੋਧੀ ਪਾਰਟੀ ਨੇ ਇੱਕ ਨੌਜਵਾਨ ਲੜਕੀ ਸੰਤ ਜੀ ਮਹਾਰਾਜ ਦੀ ਪ੍ਰੀਖਿਆ ਲੈਣ ਵਾਸਤੇ ਭੇਜ ਦਿੱਤੀ। ਜੜ ਚੇਤਨ ਤੇ ਸੂਖਮ ਰੂਪ ਧਾਰ ਕੇ ਮਾਇਆ ਕਈ ਰੂਪਾਂ ਵਿੱਚ ਸੰਤਾਂ ਦੀ ਪ੍ਰੀਖਿਆ ਲੈਣ ਆਉਂਦੀ ਹੁੰਦੀ ਹੈ। ਵਿਆਪਤ ਹਰਖ ਸੋਗ ਵਿਸਥਾਰ, ਵਿਆਪਤ ਸੁਰਗ ਲੋਕ ਅਵਤਾਰ, ਵਿਆਪਤ ਧਨ ਨਿਰਤਨ ਪੇਖ ਸੋਭਾ, ਮੂਲ ਵਿਆਪੀ ਵਿਆਪਸ ਲੋਭਾ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵ ਹੈ ਪ੍ਰਭ ਓਟ ਤੁਮਾਰੀ। ਇਹ ਮਾਇਆ ਦੇ ਵੱਲੋਂ ਸਮੇਂ-ਸਮੇਂ ਸਿਰ ਸਤਪੁਰਸ਼ਾਂ ਦੀ ਪਰਖ ਹੁੰਦੀ ਰਹੀ। ਪੂਰਨ ਸਾਧੂ ਹੀ ਇਸ ਕਸਵੱਟੀ ਤੇ ਪੂਰਾ ਉਤਰਦਾ ਹੁੰਦਾ ਹੈ। ਭਗਤ ਕਬੀਰ ਜੀ ਨੂੰ ਵੀ ਕਈ ਵਾਰੀ ਪਰਖਿਆ ਗਿਆ। ਉਹਨਾਂ ਨੇ ਆਪ ਆਪਣੀ ਗੁਰਬਾਣੀ ਵਿੱਚ ਲਿਖਣਾ ਕੀਤਾ ਹੈ,
ਕਬੀਰ ਆਈ ਮੁਝ ਹੈ ਪੈ, ਮੇਰੇ ਉੱਤੇ ਆਈ ਕਈ ਵਾਰੀ ਅਟੈਕ ਕਰਨ ਵਾਸਤੇ ਕਬੀਰ ਜੀ ਕਹਿੰਦੇ, ਕਬੀਰ ਆਈ ਮੁਝ ਹੈ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰੂ ਆਪਨੇ ਉਨ ਕੀਨੋ ਆਦੇਸ਼। ਮੈਨੂੰ ਮੇਰੇ ਗੁਰੂ ਨੇ ਬਚਾ ਲਿਆ ਤੇ ਜਿਹੜੀ ਮਾਇਆ ਮੈਨੂੰ ਠੱਗਣ ਵਾਸਤੇ ਆਈ ਉਹਨੂੰ ਉਪਦੇਸ਼ ਦੇ ਕੇ ਵਿਦਾ ਕਰਨਾ ਕੀਤਾ। ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮਾਇਆ ਆਪਣਾ ਨੱਕ ਤੇ ਕੰਨ ਕਟਵਾ ਕੇ ਵਾਪਸ ਮੁੜੀ ਜਦੋਂ ਹਟੀ ਹੋਈ ਨਾ ਮੇਰੇ ਤੇ ਵਾਰ ਕਰਨੋਂ। ਕੀ ਕਹਿੰਦੇ ਨੇ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੇ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਇਸ ਨੂੰ ਕਿਸੇ ਕਿਸੇ ਵਿਵੇਕੀ ਗੁਰਮੁਖ ਨੇ ਵੀ ਕਾਬੂ ਕੀਤਾ ਹੈ। ਗੁਰਮੁਖ ਕੋਈ ਗਾਰਡੋ ਤਿੰਨ ਮਲਦਲ ਲਾਈ ਪਾਈ, ਨਕਟੀ ਕੋ ਠਨਗਨ ਵਾਢਾ ਡੂੰ, ਕਿਨੇ ਵਿਵੇਕੀ ਕਾਟੀ ਤੂੰ। ਉਸ ਜਗ੍ਹਾ ਤਾਂ ਮਾਇਆ ਕਹਿੰਦੀ ਹੈ, ਜੋ ਤੂੰ ਕਰਹਿ ਸੋ ਕਾਰ ਕਮਾਵਾ, ਜਨ ਨਾਨਕ ਗੁਰਮੁਖ ਨੇੜ ਨਾ ਆਵਾ। ਇਹ ਮਾਇਆ ਆਪਣਾ ਚੇਤਨ ਰੂਪ ਧਾਰ ਕੇ ਸੰਤ ਜੀ ਮਹਾਰਾਜ ਦੇ ਸਾਹਮਣੇ ਆਈ, ਜੋ ਉਸ ਸਮੇਂ ਇਸ਼ਨਾਨ ਕਰਕੇ ਸਮਾਧੀ ਵਿੱਚ ਲੀਨ ਹੋਣ ਵਾਸਤੇ ਹਜੇ ਆਪਣੇ ਆਸਣ ਤੇ ਬੈਠੇ ਹੀ ਸਨ। ਸੇਵਾਦਾਰ ਕੁਝ ਦੁਰੇਡੇ ਟਹਿਲ ਰਿਹਾ ਸੀ। ਜਦੋਂ ਇਸ ਸਮੇਂ ਇਕੱਲੀ ਜਨਾਨੀ ਨੂੰ ਆਇਆ ਤੱਕਿਆ ਤੇ ਇਹਦੀ ਮੰਦ ਵਾਸ਼ਨਾ ਅਨੁਭਵ ਕੀਤੀ ਤਾਂ ਸੇਵਾਦਾਰ ਨੂੰ ਆਵਾਜ਼ ਦਿੱਤੀ ਤੇ ਬਾਬਾ ਨਾਰ ਸਿੰਘ ਦੌੜ ਕੇ ਪਾਸ ਪੁੱਜਾ ਅਤੇ ਇੱਕ ਓਪਰੀ ਔਰਤ ਬੀਬੀ ਨੂੰ ਬੇਵਕਤ ਆਇਆ ਜਾਣ ਕੇ ਹੋਰ ਪ੍ਰੇਮੀਆਂ ਨੂੰ ਵੀ ਸੱਦ ਲਿਆ। ਸੰਗਤ ਦਾ ਇਕੱਠ ਹੋ ਗਿਆ। ਕਈ ਇੱਕ ਤੇਜ ਸੁਭਾਅ ਵਾਲੇ ਇਸ ਨੂੰ ਮਾਰਨ ਲੱਗੇ, ਪਰ ਹਜ਼ੂਰ ਨੇ ਉਹਨਾਂ ਸੱਜਣਾ ਨੂੰ ਰੋਕ ਕੇ ਕਿਹਾ, ਗੁਰਮੁਖੋ, ਇਸ ਨੂੰ ਵਿਰੋਧੀ ਪਾਰਟੀ ਨੇ ਸਾਡੇ ਉੱਪਰ ਹਥਿਆਰ ਬਣਾ ਕੇ ਵਰਤਿਆ, ਤੁਸੀਂ ਇਸ ਨੂੰ ਕੁਝ ਕਹੋ ਨਾ, ਡੇਰੇ ਤੋਂ ਬਾਹਰ ਕਰ ਦਿਓ। ਉਸਨੇ ਹਾਰੇ ਹੋਏ ਘੁਲਾਟੀਏ ਵਾਂਗ ਆਪਣਾ ਬਲ ਨਾ ਚੱਲਦਾ ਦੇਖ ਕੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਤਾਂ ਕਈ ਇੱਕ ਲੋਕਾਂ ਨੇ ਤੁਹਾਡੀ ਬਦਨਾਮੀ ਕਰਨ ਵਾਸਤੇ ਸਿਖਾ ਕੇ ਭੇਜਿਆ ਸੀ। ਇਹ ਉਸਨੇ ਸਾਰੀ ਵਾਰਤਾਲਾਪ ਗੱਲਬਾਤ ਦੱਸ ਕੇ ਅਖੀਰ ਨੂੰ ਮਾਫੀ ਮੰਗ ਲਈ। ਕੀ ਰਹੀ ਉਹਨਾਂ ਦੁਸ਼ਟਾਂ ਦੀ, ਕੀ ਰਹੀ ਉਹਨਾਂ ਪਾਪੀਆਂ ਦੀ ਜਿਹੜੇ ਇੰਨੇ ਗਿਰੇ ਹੋਏ ਕੰਮ ਕਰਦੇ ਹਨ। ਮਾਇਆ ਜਖਨੀ ਦੇਵੀ ਦੀ ਤਰ੍ਹਾਂ ਹੈ। ਕਿਸੇ ਤੇਜ ਪ੍ਰਤਾਪੀ ਬਾਦਸ਼ਾਹ ਨੇ ਜਖਨੀ ਦੇਵੀ ਦੀ ਉਪਾਸਨਾ ਕਰਕੇ ਉਸ ਦੇ ਮੰਤਰਾਂ ਨੂੰ ਸਿੱਧ ਕਰ ਲਿਆ। ਜਦੋਂ ਜੀ ਚਾਹੇ ਬਾਦਸ਼ਾਹ ਉਸ ਪਾਸੋਂ ਅਨੇਕ ਪ੍ਰਕਾਰ ਦੇ ਕੰਮ ਕਰਵਾ ਲਿਆ ਕਰੇ। ਉਹ ਵੀ ਬਾਦਸ਼ਾਹ ਨੂੰ ਨਵੇਂ ਤੋਂ ਨਵੇਂ ਚਮਤਕਾਰ ਦਿਖਾਇਆ ਕਰੇ। ਇੱਕ ਦਿਨ ਉਸਨੇ ਹੋਰ ਹੀ ਚਮਤਕਾਰ ਦਿਖਾਇਆ ਕਿ ਆਪਣੀ ਮਾਇਆ ਨਾਲ ਅਨੇਕ ਪ੍ਰਕਾਰ ਦੇ ਇਹੋ ਜਿਹੇ ਰਾਜਿਆਂ ਦੇ ਸਰੀਰ ਬਣਾ ਦਿੱਤੇ ਜਿਹੋ ਜਿਹਾ ਪਹਿਲਾ ਰਾਜਾ ਸੀ। ਜਦੋਂ ਰਸੋਈਏ ਨੇ ਪ੍ਰਸ਼ਾਦ ਤਿਆਰ ਕੀਤਾ ਤਾਂ ਹੈਰਾਨ ਹੋ ਗਿਆ ਕਿ ਕਿਸ ਨੂੰ ਭੋਜਨ ਛਕਾਇਆ ਜਾਵੇ। ਇਹਨਾਂ ਵਿੱਚੋਂ ਅਸਲੀ ਰਾਜਾ ਕਿਹੜਾ ਹੈ, ਨਿਰਣਾ ਨਾ ਕਰ ਸਕਿਆ। ਅਖੀਰ ਨੂੰ ਵਜ਼ੀਰ ਪਾਸ ਜਾ ਕੇ ਬੇਨਤੀ ਕੀਤੀ। ਉਸਨੇ ਇਹਦੀ ਗੱਲ ਸੁਣ ਕੇ ਇੱਕ ਜਖਨੀ ਦੇਵੀ ਦੇ ਵਸੀਕਾਰ ਕਰਨ ਵਾਲੇ ਮੰਤਰ ਨੂੰ ਕਾਗਜ਼ ਤੇ ਲਿਖ ਕੇ ਉਸ ਖਾਣੇ ਵਾਲੇ ਕਮਰੇ ਦੇ ਬੂਹੇ ਤੇ ਬੰਨ੍ਹ ਦਿੱਤਾ ਅਤੇ ਸਾਰੇ ਰਾਜਿਆਂ ਨੂੰ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ। ਤਾਂ ਉਸ ਬੂਹੇ ਵਿੱਚ ਦੀ ਲੰਘਣ ਸਮੇਂ ਹੋਰ ਤਾਂ ਉਸ ਮੰਤਰ ਦੀ ਸ਼ਕਤੀ ਨਾਲ ਸਾਰੇ ਰਾਜੇ ਭਸਮ ਹੋ ਗਏ। ਕੇਵਲ ਇੱਕੋ ਇੱਕ ਜੋ ਅਸਲੀ ਬਾਦਸ਼ਾਹ ਰਹਿ ਗਿਆ, ਉਸ ਨੂੰ ਪ੍ਰਸ਼ਾਦ ਛਕਾਇਆ। ਇਸੇ ਤਰ੍ਹਾਂ ਈਸ਼ਵਰ ਬਾਦਸ਼ਾਹ ਹੈ, ਮਾਇਆ ਜਖਨੀ ਦੀ ਨਿਆਈ ਹੈ। ਮਾਇਆ ਨੇ ਈਸ਼ਵਰ ਨੂੰ ਕਿਹਾ, ਮੈਨੂੰ ਆਪਣੇ ਆਸਰੇ ਰੱਖ ਲਓ, ਮੈਂ ਤੁਹਾਨੂੰ ਬਹੁਤ ਚਮਤਕਾਰ ਦਿਖਾਵਾਂਗੀ। ਈਸ਼ਵਰ ਨੇ ਅੰਗੀਕਾਰ ਕੀਤਾ। ਮਾਇਆ ਨੇ ਆਪਣਾ ਬਲ ਦਿਖਾਇਆ ਅਤੇ ਆਪਣੀ ਪ੍ਰਬਲਤਾ ਨਾਲ 3 ਗੁਣ, 5 ਤੱਤ, 4 ਖਾਣੀਆਂ ਸੰਸਾਰ ਦੀ ਰਚਨਾ ਕਰਕੇ ਈਸ਼ਵਰ ਨੂੰ ਨਾਨਾਪਣੇ ਵਿੱਚ
ਭਰਮਾ ਦਿੱਤਾ। ਸੁੱਧ ਮਨ ਰਸੋਈਆ ਹੈ। ਜੋ ਸਾਡਾ ਮਨ ਸ਼ੁੱਧ ਹੋ ਗਿਆ, ਇਹ ਰਸੋਈਆ ਹੈ। ਉਹ ਗੁਰੂ ਵਜ਼ੀਰ ਪਾਸ ਜਾਂਦਾ ਹੈ। ਸਤਿਗੁਰਾਂ ਨੇ ਨਾਮ ਰੂਪੀ ਮਹਾ ਮੰਤਰ ਦਾ ਉਪਦੇਸ਼ ਦਿੱਤਾ ਤਾਂ ਨਾਮ ਤੇ ਗੁਰਬਾਣੀ ਦਾ ਆਸਰਾ ਲੈ ਕੇ ਜੋ ਵਿਸ਼ੇ ਵਿਕਾਰਾਂ ਨੂੰ ਲੰਘ ਕੇ ਪ੍ਰਾਣ ਇੰਦਰੇ ਤੇ ਬੁੱਧੀ ਆਦਿਕ ਨੂੰ ਅਸਤ ਜਣਾ ਕੇ ਸਤ ਸਰੂਪ ਦਾ ਗਿਆਨ ਕਰਵਾਉਂਦਾ ਹੈ, ਉਸ ਵਿਖੇ ਦ੍ਰਿੜ ਕਰ ਦਿੱਤਾ। ਜਦੋਂ ਇਉਂ ਨਿਸ਼ਚਾ ਹੋਇਆ ਤਾਂ ਮਾਇਆ ਜਖਨੀ ਦਾ ਅਸਰ ਦੂਰ ਹੋ ਗਿਆ। ਅੱਗੇ ਵਾਸਤੇ ਉਹਨਾਂ ਦਾ ਵਿਸਾਹ ਨਾ ਕੀਤਾ ਅਤੇ ਮਨੋਂ ਹੀ ਭੁਲਾ ਛੱਡਿਆ। ਇਹ ਜੜ ਚੇਤਨ ਮਾਇਆ ਰੂਪੀ ਨਦੀ ਨੂੰ ਕੋਈ ਪੂਰਨ ਮਹਾਪੁਰਸ਼ ਹੀ ਪਾਰ ਕਰ ਸਕਦਾ ਹੈ। ਪੰਥ ਪ੍ਰਕਾਸ਼ ਵਿੱਚ ਅਸਲੀ ਸਾਧੂ ਦੇ ਲੱਛਣ ਦਰਸਾਉਂਦੇ ਹੋਏ ਇਉਂ ਕਥਨ ਕੀਤਾ ਗਿਆ ਹੈ। ਕੋਈ ਇੱਕ ਸਾਧ ਬਚਿਓ ਇਨ ਤੇ ਠੱਗਣੀ ਨਿਜ ਠੱਗ ਜੋ ਜਗ ਫਲਾਏ। ਵੀਰ ਬਨੈਤ ਹਠੀ ਸਭ ਹੈ ਛੜ ਹੈ ਨਹਿ ਤਾਗੇ ਜੋ ਯਾਹੀ ਮਨਾਏ। ਕਾਮ ਬਲੀ ਸਰ ਪਾਂਚ ਕੀਏ ਕਰ ਤੋਪਤੀਆ ਤਰ ਦੇਤ ਉਡਾਏ। ਜੀਤ ਲਿਏ ਤਿਨ ਲੋਕ ਜਿਨੈ ਤਿਨ ਸਾਧਨ ਕੇ ਪਗ ਮਾਥ ਝੁਕਾਏ। ਸਿੰਘ ਮਹਾਬਲ ਮਤ ਗਯੰਦ ਮਾਰ ਚਪੇਟਨ ਦੁਖ ਨਿਡਾਰੇ। ਲਾਖਨ ਸੋਤਰ ਧੀਰ ਲਰੈਰਨ ਗਾਡੇ ਗਢਾਨ ਜਿਤੈ ਬਿਨ ਬਾਰੇ। ਲੋਹ ਮਲੈ ਗਿਰਟਾਹੇ ਦਲੈ ਨਾ ਚਲਹਿ ਕਬੂ ਪ੍ਰਣ ਕੈ ਜੋ ਉਚਾਰੈ। ਵਹਿ ਕਾਮ ਜਿਤੇ ਸਰ ਇੱਕ ਹੈ ਸੋ ਪੁਨ ਤਾਂ ਰਤਰਾਸ ਕੋ ਸਾਧ ਪਛਾਰੈ। ਚੰਚਲ ਰੂਪ ਅਨੂਪ ਨਿਧੀ ਗੁਣ ਜੋਬਨ ਖੋੜ ਸ਼ਿੰਗਾਰ ਸੁਘਾਈ। ਹਾਸ ਵਿਲਾਸ ਕਰੈ ਮੁਦ ਦਾ ਅਤ ਲਾਏ ਸੁਗੰਧ ਸੋ ਗਾਏ ਸੁਨਾਈ। ਕਾਮ ਪਰਿ ਨਿਰਲਜ ਮਹਾ ਅਸ ਕਾਮਨ ਸੰਤ ਸਮੀਪ ਜੋ ਆਈ। ਸਮ ਮੇਰ ਅਡੋਲ ਰਖੈ ਤਰਸੀਲ ਲਖੈ ਨਿਸ਼ਚੈ ਭਗਨੀ ਤਹਿ ਮਾਈ। ਭਾਤ ਅਨੇਕ ਵਿਅੰਜਨ ਕੋਪਿਕ ਰੰਜਨ ਕੇ ਹਿਤ ਨਾ ਮਨ ਚਾਹੈ। ਚੈਲ ਪਵਿੱਤਰ ਬਚਿੱਤਰ ਅਸਾਸ ਅਵਾਸ ਅਮੋਲਕ ਹੀਰ ਨਾ ਲੋਲ ਹੋਇ ਹੈ। ਪਰ ਕੋ ਧਨ ਧਾਮ ਤਿਆ ਸੁਖ ਸੰਪਤ ਰਾਜ ਤਿਲੋਕੈ ਲੋ ਨ ਚਾਹੈ। ਲਾਭ ਜਥਾ ਸੋ ਤਥਾ ਗੈ ਤੋਖ ਸੋ ਲੋਭ ਕੀ ਜੀਤ ਅਲੋਭ ਕਰੈ ਹੈ। ਪਰ ਰਨ ਨਾ ਅੰਨ ਨਾ ਧਨ ਵਿਖੈ ਨ ਮਨ ਦਇਓ ਜੈ ਨੈਕ ਕਹੀ ਨ ਕੰਨ ਸੁਨੀ। ਪਰ ਨਿੰਦ ਕਵੀ ਹਸਤੇ ਅਸਤੇਤ ਕਰੀ ਸੋ ਨਹੀਂ। ਨਿਜ ਗਤ ਬਿਸਕ ਜੋ ਸ਼ਕ ਰਹੇ ਸਤ ਭਖ ਨਿਝਕ ਸਵੈ ਬ੍ਰਹਮ ਕਹੀ। ਵੈ ਰੂਪ ਅਨੂਪ ਈਸ ਸਹੀ ਜਿਨ ਲੋਭ ਰੋ ਛੋਭ ਕੀ ਅੰਸ ਦਹੀ। ਆਪ ਜੀ ਲਈ ਚੰਗੇ ਉਲਾਟੇ ਪਹਿਲਵਾਨ ਵਾਂਗ ਇਹ ਸਭ ਤੋਂ ਵੱਡਾ ਮੁਸ਼ਕਲ ਘੋਲ ਸੀ। ਜਿਸ ਅਖਾੜੇ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਤਿਆਗੀ ਅਖਾਉਣ ਵਾਲੇ ਮਹਾਤਮਾ ਵੀ ਕਾਮਯਾਬੀ ਪ੍ਰਾਪਤ ਨਹੀਂ ਕਰ ਸਕੇ। ਜਿਸ ਨੂੰ ਪੂਰਨ ਨਿਸ਼ਚਾ ਹੈ ਕਿ ਇਹ ਸੰਸਾਰ ਇੱਕ ਬੜਾ ਭਿਖਾਵਲਾ ਜੰਗਲ ਹੈ। ਇਹਦੇ ਵਿੱਚ ਦੀ ਲੰਘਣ ਵਾਲੇ ਨੇ ਖੂੰਖਾਰ ਬਘਿਆੜਾਂ ਤੋਂ ਆਪਾ ਬਚਾ ਕੇ ਆਪਣੇ ਪ੍ਰੀਤਮ ਦੇ ਦੇਸ਼ ਨੂੰ ਮੁੜ ਜਾਣਾ ਹੈ। ਪਰ ਕਿਸੇ ਚੰਗੇ ਆਗੂ ਰਾਹ ਦੇ ਵਾਕਫ ਤੇ ਹੋਰ ਕਠਨ ਔਕੜਾਂ ਸਮਝੇ ਬਿਨਾ ਇਸ ਤੋਂ ਪਾਰ ਹੋਣਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ, ਬੜਾ ਅਸੰਭਵ ਹੈ। ਉਸ ਨੂੰ ਇਹ ਵੀ ਪਤਾ ਹੈ ਕਿ ਇਹ ਸੰਸਾਰ ਬੜਾ ਵੱਡਾ ਅਖਾੜਾ ਹੈ। ਇਸ ਵਿੱਚ ਜਿਵੇਂ ਹੋਰ ਦੁੱਖਾਂ ਸੁੱਖਾਂ ਨਾਲ ਘੋਲ ਕਰਨਾ ਪੈਂਦਾ ਹੈ, ਇਸੇ ਤਰ੍ਹਾਂ ਇਸ ਮਨ ਸ਼ਤਰੂ ਤੇ ਵੀ ਪੂਰਨ ਕਾਬੂ ਪਾ ਕੇ ਇਸ ਦੰਗਲ ਨੂੰ ਜਿੱਤਣਾ ਪੈਂਦਾ ਹੈ। ਪਰ ਕਿਸੇ ਚੰਗੇ ਘੁਲਾਟੀਏ ਅਤੇ
ਇਸੇ ਅਖਾੜੇ ਦੇ ਭੇਤੀ ਤੋਂ ਬਿਨਾ ਇਹਦੇ ਵਿੱਚ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਅਤੇ ਇਸ ਅਖਾੜੇ ਤੋਂ ਜਿੱਤ ਕੇ ਜਾਣਾ ਬੜਾ ਹੀ ਔਖਾ ਹੋਇਆ ਕਰਦਾ ਹੈ। ਜਿਸ ਦੇ ਉੱਪਰ ਪੂਰਨ ਗੁਰੂਦੇਵ ਨੇ ਕਿਰਪਾ ਕੀਤੀ, ਪਿੱਠ ਤੇ ਹੱਥ ਰੱਖਿਆ ਹੈ, ਫਿਰ ਉਸ ਨੂੰ ਥਾਪੜਾ ਦੇ ਕੇ ਸਭ ਕੁਝ ਸਮਝਾ ਦਿੱਤਾ ਜਾਂਦਾ ਹੈ। ਉਹ ਹੀ ਉਹਨਾਂ ਦੁੱਖਾਂ ਔਕੜਾਂ ਮੁਸੀਬਤਾਂ ਤੋਂ ਸੁਖੈਨ ਪਾਰ ਹੋ ਸਕਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆ, ਦਿਓ ਬੈਠਾ ਵੇਖੈ ਆਪ ਜੀਓ। फानूस बन के जिसकी हिफाजत हवा करे, वो शमा का बुझे जिसे रोशन खुदा करे। ਹੁਣ ਮੈਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ। ਤੁਸੀਂ ਪੂਰਨ ਪੁਰਖ ਹੋ, ਤੁਹਾਡਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ। ਮੈਨੂੰ ਮਾਫ ਕਰ ਦੇਵੋ, ਅੱਗੇ ਵਾਸਤੇ ਇਹੋ ਜਿਹੀ ਗਲਤੀ ਨਹੀਂ ਕਰਾਂਗੀ। ਉਹ ਬੀਬੀ, ਉਹ ਭੈਣ ਬੇਨਤੀ ਕਰਦੀ ਹੈ, ਜਿਸ ਨੂੰ ਸੰਤਾਂ ਦੇ ਵਿਰੋਧੀਆਂ ਨੇ ਲਾਲਚ ਦੇ ਕੇ ਸਾਧੂ ਸੰਤਾਂ ਨੂੰ ਬਦਨਾਮ ਕਰਨ ਵਾਸਤੇ ਭੇਜਿਆ ਸੀ। ਇਉਂ ਬਾਅਦ ਵਿੱਚ ਪੂਰਨ ਸ਼ਰਧਾਵਾਨ ਹੋ ਕੇ ਉਸਨੇ ਆਪਣਾ ਸਾਰਾ ਜੀਵਨ ਸਫਲਾ ਕੀਤਾ। ਦੁਸ਼ਮਨ ਚ ਕੁਨਤ ਚੁ ਮਿਹਰਬਾਨ ਵਾਸ਼ਤ ਦੋਸਤ, ਜਦੋਂ ਪਰਮੇਸ਼ਰ ਪ੍ਰਸੰਨ ਹੋ ਜਾਵੇ ਤਾਂ ਦੁਸ਼ਮਣ ਵੀ ਕੀ ਕਰ ਸਕਦਾ ਹੈ। ਅਤੇ ਇਸ ਪ੍ਰਕਾਰ ਦਾ ਨਿਸ਼ਚਾ ਸੀ, मुदई लाख बुरा चाहे तो क्या होता है वही जो मंजूरे खुदा होता है। सुमेर पर्वत वांग महापुरुषां दी तां दृढ़ अवस्था सी, पर ਇਹਦੇ ਮੁਖੋਂ ਵਿਰੋਧੀ ਧੜੇ, ਜੋ ਵਿਰੋਧੀ ਧੜੇ ਸਨ, ਉਹਨਾਂ ਵੱਲੋਂ ਸਾਜ਼ਿਸ਼ ਸੁਣ ਕੇ ਹਜ਼ੂਰੀ ਵਿੱਚ ਰਹਿਣ ਵਾਲੇ ਪ੍ਰੇਮੀ ਹੈਰਾਨ ਹੋ ਗਏ। ਉਸ ਸਮੇਂ ਇਹਨਾਂ ਨੂੰ ਧੀਰਜ ਦੇਣ ਵਾਸਤੇ ਹਜ਼ੂਰ ਨੇ ਉੱਤਰ ਦਿੱਤਾ ਕਿ ਗੁਰਸਿੱਖੋ, ਇਹ ਕਲਯੁਗ ਦੀ ਸ਼ਰਾਰਤ ਹੈ, ਜੋ ਆਪਣੀ ਸੈਨਾ ਦੁਆਰਾ ਮਹਾਂਪੁਰਖਾਂ ਦੀ ਪ੍ਰੀਖਿਆ ਲੈਣ ਵਾਸਤੇ ਆਉਂਦਾ ਹੁੰਦਾ ਹੈ। ਇਸ ਨੇ ਪਹਿਲਾਂ ਵੀ ਬਹੁਤ ਸਾਰੇ ਮਹਾਂਪੁਰਸ਼ਾਂ ਦਾ ਇਮਤਿਹਾਨ ਲਿਆ, ਬਲਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ 2-3 ਵਾਰ ਪਰਖ ਕੇ ਜਦੋਂ ਅਡੋਲ ਡਿੱਠਾ, ਫਿਰ ਚਰਨੀ ਆ ਡਿੱਗਾ। ਹੁਣ ਅਸੀਂ ਤੁਹਾਨੂੰ ਕਲਯੁਗ ਦੀ ਸੈਨਾ ਬਾਰੇ ਦੱਸਦੇ ਹਾਂ। ਕਲਯੁਗ ਦੀ ਸੈਨਾ ਕਿੰਨੀ ਵੱਡੀ ਹੈ। ਜਦੋਂ ਸਮੁੰਦਰ ਦੇ ਕੰਢੇ ਘੋਰ ਜੰਗਲ ਵਿੱਚ ਬੈਠਿਆਂ ਦੇਖ ਕੇ ਕਲਯੁਗ ਦਾ ਮਿਲਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੋਇਆ, ਹਜ਼ੂਰ ਦੇ ਪਰਖ ਵਾਸਤੇ ਪਹਿਲਾਂ ਉਸਨੇ ਬੜੀ ਤੇਜ਼ ਹਨੇਰੀ ਚਲਾਈ, ਫਿਰ ਸੁੱਕੇ ਅੰਬਰਾਂ ਪੱਥਰਾਂ ਦੀ ਵਰਖਾ ਕੀਤੀ। ਉਪਰੰਤ ਆਪਣਾ ਭਿਆਨਕ ਰੂਪ ਧਾਰ ਕੇ ਸਾਹਮਣੇ ਆ ਗਿਆ। ਸਤਿਗੁਰੂ ਜੀ ਅਡੋਲ ਬੈਠੇ ਰਹੇ, ਫਿਰ ਆਪਣਾ ਅਸਲੀ ਰੂਪ ਧਾਰ ਕੇ ਭੈ ਭੀਤ ਹੋ ਕੇ ਕੰਬਦਾ ਹੋਇਆ ਸ਼ਰਧਾ ਨਾਲ ਚਰਨਾਂ ਤੇ ਆ ਡਿੱਗਾ ਅਤੇ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ, ਮੈਂ ਇਸ ਯੁੱਗ ਦਾ ਰਾਜਾ ਹਾਂ, ਆਪ ਇਸ ਯੁੱਗ ਦੇ ਅਵਤਾਰ ਹੋ, ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਸੇਵਾ ਬਖਸ਼ੋ। ਤਾਂ ਉਸ ਸਮੇਂ ਇਸ ਨੂੰ ਸਤਿਗੁਰਾਂ ਨੇ ਆਖਿਆ, ਤੂੰ ਆਪਣਾ ਵੱਲ ਦੱਸ, ਤੇਰੇ ਕਿਤਨੀ ਕੁ ਤਾਕਤ ਹੈ। ਇਸ ਨੇ ਅਰਜ਼ ਕੀਤੀ, ਗਰੀਬ ਨਿਵਾਸ, ਮੇਰੀ 4 ਪ੍ਰਕਾਰ ਦੀ ਸੈਨਾ ਹੈ। ਸੁਣਿਓ ਜਰਾ ਧਿਆਨ ਨਾਲ। ਜਿਹੜੇ ਲੋਕ ਕਲਯੁਗ ਦੇ ਪ੍ਰਭਾਵ ਦੇ ਅਧੀਨ ਹਨ, ਉਹਨਾਂ ਬਾਰੇ ਦੱਸਿਆ ਗਿਆ ਹੈ। ਜੋ ਮੇਰਾ ਝੂਠ ਰੂਪੀ ਸੂਰਮਾ ਹੈ, ਉਹ ਸਭਨਾਂ ਦੇ ਅੱਗੇ ਨਿਸ਼ਾਨ ਲੈ ਕੇ ਚੱਲਦਾ। ਝੂਠ ਤੋਂ ਕਲਯੁਗ ਦਾ ਪ੍ਰਭਾਵ ਸ਼ੁਰੂ ਹੁੰਦਾ। ਜਿੱਥੇ ਝੂਠ ਆਉਣਾ ਸ਼ੁਰੂ ਹੋ ਗਿਆ, ਉੱਥੇ ਕਲਯੁਗ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਕਹਿੰਦੇ ਜਿਹੜਾ ਝੂਠ ਹੈ ਉਹ ਸਾਧ ਸੰਗਤ ਜੀ ਆਪਣਾ ਨਿਸ਼ਾਨ ਲੈ ਕੇ ਅੱਗੇ ਅੱਗੇ ਚੱਲਦਾ ਹੈ। ਫਿਰ ਅੱਗੇ ਹੁਣ ਦੱਸਿਆ ਜਾ ਰਿਹਾ ਹੈ ਵੀ ਤੇਰੀ ਹੋਰ ਕਿੰਨੀ ਕੁ ਤਾਕਤ ਹੈ, ਹੋਰ ਕਿੰਨਾ ਕੁ ਪ੍ਰਭਾਵ ਹੈ, ਉਹ ਵੀ ਦੱਸ। ਮੋਹ ਰਾਜਾ ਹੈ, ਹਿੰਸਾ ਸੈਨਾਪਤੀ ਹੈ,
ਕਾਮ, ਕ੍ਰੋਧ, ਲੋਭ, ਹੰਕਾਰ ਆਦਿਕ ਇਹ ਸੂਰਮੇ ਹਾਥੀਆਂ ਤੇ ਸਵਾਰ ਨੇ। ਨਿੰਦਾ, ਈਰ, ਇਹ ਸਾਰੇ ਯੋਧੇ ਰਥ ਅਸਵਾਰ ਨੇ। ਤੇਰਾ ਪਰਛਾਵਾਂ ਮੇਰੇ ਤੇ ਪੈਣ ਲੱਗ ਗਿਆ। ਆਲਸ, ਜੂਆਂ, ਸ਼ਰਾਬ, ਜੂਏ ਵਰਗੀਆਂ ਭੈੜੀਆਂ ਬਾਦੀਆਂ, ਖੋਟਾ ਆਚਾਰ ਇਹ ਘੋੜ ਸਵਾਰ ਸੂਰਮੇ ਨੇ। ਮਮਤਾ, ਵਿਸ਼ਿਆਂ ਦੀ ਇੱਛਾ, ਚੋਰੀ ਆਦਿ ਇਹ ਪੈਦਲ ਸੂਰਮੇ ਨੇ। ਕਲਯੁਗ ਦੀ ਸੈਨਾ ਦੇਖ ਲਓ ਤੁਸੀਂ। ਦੰਭ ਨਾਮ ਵਾਲਾ ਜੋ ਮੇਰਾ ਯੋਧਾ ਹੈ, ਇਸਨੇ ਤਾਂ ਕ੍ਰੋਧ ਧਾਰਨ ਕਰਕੇ ਸਾਰੀ ਸ੍ਰਿਸ਼ਟੀ ਨੂੰ ਹੀ ਜਿੱਤ ਲੈਣਾ ਕੀਤਾ ਹੋਇਆ ਹੈ। ਇਹ ਦਿਗਵਿਜੇ ਸੂਰਮਾ ਹੈ। ਇਹ ਜੋ 4 ਪ੍ਰਕਾਰ ਦੀ ਸੈਨਾ ਹੈ, ਇਸ ਦੀ ਕਿੱਥੋਂ ਤੱਕ ਗਿਣਤੀ ਕਰਾਂ। ਇਹ ਇਕੱਠੇ ਹੋ ਕੇ ਜਿਸ ਪਾਸੇ ਵੀ ਚੜ੍ਹਾਈ ਕਰਦੇ ਆ ਨਾ, ਉਸੇ ਨੂੰ ਫਤਿਹ ਕਰਕੇ ਮੁੜਦੇ ਆ। ਕਿਸੇ ਵਿੱਚ ਵੀ ਧੀਰਜ ਨਹੀਂ ਹੈ ਜੋ ਇਹਨਾਂ ਦੀ ਤਾਕਤ ਅੱਗੇ ਡਟ ਕੇ ਖੜੋ ਸਕੇ। ਵੱਡੇ ਵੱਡੇ ਆਕੀ, ਕਿਲੇ ਭਾਵ ਕਰਾਮਾਤੀ ਪੁਰਸ਼ ਵੀ ਇਹਨਾਂ ਦੀ ਮਾਰ ਦੇ ਹੇਠਾਂ ਆ ਕੇ ਫਨਾ ਫਿੱਲਾ ਹੋ ਗਏ ਹਨ। ਕੇਵਲ ਗੁਰੂ ਦੀ ਸ਼ਰਨ ਦੁਆਰਾ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਬ੍ਰਹਮ ਗਿਆਨੀ ਹੀ ਇਹਨਾਂ ਨੂੰ ਜਿੱਤ ਸਕਦਾ ਹੈ। ਵਿਰੋਧੀਆਂ ਵੱਲੋਂ ਹਜੇ ਹਾਰ ਖਾ ਕੇ ਵਸ ਨਹੀਂ ਹੋਈ, ਹੋਰ ਵਾਰ ਕਰਨ ਲੱਗੇ ਹੈ ਭਾਈ। ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਇੱਕ ਹੋਰ ਨਜ਼ਦੀਕ ਦੇ ਨਗਰ ਦੀ ਬਦ ਚਲਣ ਔਰਤ ਨੂੰ ਉਹਨਾਂ ਨੇ ਸ਼ਰਾਬ ਪਿਲਾ ਕੇ ਭੇਜਿਆ ਰਾੜੇ ਦੀ ਢੱਕੀ 'ਚ। ਰਾਤ ਦੇ 2 ਵਜੇ ਸਨ ਜਦੋਂ ਉਸਨੇ ਅਸਥਾਨ ਦੀ ਹੱਦ ਅੰਦਰ ਪੈਰ ਪਾਇਆ। ਹਜੂਰ ਸਮਾਧੀ ਵਿੱਚ ਅਸਥਿਤ ਸਨ। ਦੂਰੋਂ ਹੀ ਸ਼ਰਾਬ ਦੀ ਬਦਬੂ ਆਈ। ਸੇਵਾਦਾਰਾਂ ਨੂੰ ਆਵਾਜ਼ ਦਿੱਤੀ। ਉਹ ਪਾਸ ਆ ਕੇ ਅੱਗੇ ਜਾਣ ਤੋਂ ਉਸਨੂੰ ਰੋਕਣ ਲੱਗਾ ਤਾਂ ਉਸਨੇ ਉਹਦੀਆਂ ਦੋਵੇਂ ਬਾਹਾਂ ਪਕੜ ਕੇ ਪਿੱਛੇ ਨੂੰ ਧਕੇਲ ਦਿੱਤਾ। ਜਦੋਂ ਉਸਨੇ ਹੋਰ ਸਰੀਰਾਂ ਨੂੰ ਆਵਾਜ਼ ਦਿੱਤੀ ਤਾਂ ਸੰਗਤ ਦਾ ਇਕੱਠ ਆ ਜੁੜਿਆ। ਅੱਗੋਂ ਸਵਾਮੀ ਸੰਤੋਖ ਸਿੰਘ ਜੀ ਨੇ ਇੱਕੋ ਥੱਪੜ ਮਾਰ ਕੇ ਉਹਦਾ ਹੋਸ਼ ਭੁਲਾ ਦਿੱਤਾ। ਸ਼ਰਾਬ ਦਾ ਨਸ਼ਾ ਉਤਰ ਗਿਆ। ਉਸਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਮੈਂ ਅਣਜਾਣਪੁਣ ਵਿੱਚ ਤੁਹਾਡੀ ਪਰਖ ਕੀਤੀ ਹੈ, ਮੇਰੀ ਗਲਤੀ ਮਾਫ ਕਰ ਦੇਵੋ। ਮੈਨੂੰ ਤਾਂ ਤੁਹਾਡੇ ਨਾਲ ਅਕਾਰਨ ਵੈਰ ਕਰਨ ਵਾਲੇ ਸੱਜਣਾ ਨੇ ਸਿਖਾ ਕੇ ਭੇਜਿਆ ਹੈ, ਪਰ ਮੈਂ ਵੀ ਅੱਜ ਦਾਅਵੇ ਨਾਲ ਆਖਦੀ ਹਾਂ ਕਿ ਇੱਕ ਤੁਸੀਂ ਹੀ ਪੂਰਨ ਮਹਾਪੁਰਸ਼ ਦੇਖਣ ਵਿੱਚ ਆਏ ਹੋ। ਜੇਕਰ ਤੁਹਾਡੀ ਥਾਂ ਤੇ ਕੋਈ ਹੋਰ ਪਖੰਡੀ ਸਾਧ ਹੁੰਦਾ ਤਾਂ ਮੇਰਾ ਇਹ ਵਾਰ ਖਾਲੀ ਨਹੀਂ ਸੀ ਜਾਣਾ। ਅੱਗੇ ਵਾਸਤੇ ਮੈਂ ਸਦੀਵੀ ਸ਼ਰਧਾ ਧਾਰਨ ਕਰਕੇ ਰੱਖਾਂਗੇ। ਇਹ ਵੀ ਕਹਿਣੋਂ ਸੰਕੋਚ ਨਹੀਂ ਕਰਾਂਗੇ ਕਿ ਫਲਾਣੇ ਆਦਮੀ ਨੇ ਤੁਹਾਡਾ ਵਿਰੋਧ ਕੀਤਾ। ਪੂਰਾ ਤੁਲੇ ਹੋਏ ਹਨ ਤੁਹਾਨੂੰ ਬਦਨਾਮ ਕਰਨ ਵਾਸਤੇ। ਆਪ ਜੀ ਉਹਨਾਂ ਤੋਂ ਸਾਵਧਾਨ ਰਹੋ। ਇਉਂ ਕਈ ਵਾਰ ਪ੍ਰੀਖਿਆ ਕਰਕੇ ਵਿਰੋਧੀ ਪਾਰਟੀ ਨੇ ਆਪਣੇ ਸਾਰੇ ਹੋਛੇ ਹਥਿਆਰ ਵਰਤ ਲਏ, ਪਰ ਆਪ ਜੀ ਸੁਮੇਰ ਪਰਬਤ ਵਾਂਗ ਅਡੋਲ ਰਹੇ, ਜਿਸ ਕਰਕੇ ਹੌਲੀ ਹੌਲੀ ਉਹਨਾਂ ਨੂੰ ਵੀ ਹੱਠ ਕਰਕੇ ਝੁਕਣਾ ਹੀ ਪੈ ਗਿਆ ਅਤੇ ਹੋਰ ਪ੍ਰੇਮੀਆਂ ਵਾਂਗ ਪੂਰਨ ਸ਼ਰਧਾਲੂ ਬਣ ਗਏ। ਉਸ ਸਮੇਂ ਸੰਤ ਜੀ ਮਹਾਰਾਜ ਨੇ ਇਸ ਮਾਇਆ ਰੂਪੀ ਮੱਖੀ ਤੋਂ ਬਚਣ ਵਾਸਤੇ ਏਕ ਕਵਾਓ ਪਸਾਓ ਕਰ ਪੱਖੀ ਇੱਕ ਉਪਾਈ ਮਾਇਆ ਆਪਣੀ ਗੁਫਾ ਦੇ 4 ਚੁਫੇਰੇ ਵਾੜ ਕਰਕੇ ਨਾਲੇ ਕੰਡਿਆਂ ਵਾਲੀ ਤਾਰ ਲਗਵਾਤੀ। ਕੇਵਲ ਇੱਕੋ ਹੀ ਆਉਣ ਜਾਣ ਵਾਲਾ ਰਸਤਾ ਰੱਖਿਆ ਕਿ ਉਹਨੂੰ ਫਾਟਕ ਲਗਾ ਕੇ ਕੁੰਡਾ ਜਿੰਦਰਾ ਲਗਾਤਾ ਤਾਂ ਕਿ ਸੇਵਾਦਾਰਾਂ ਦੇ ਪੁੱਛੇ ਤੋਂ ਬਿਨਾ ਕੋਈ ਆਪਣੇ ਆਪ ਅੰਦਰ ਨਾ ਵੜ ਸਕੇ। ਸਮਾਂ ਪਾ ਕੇ ਉੱਚਾ ਤੇ ਪੱਕਾ ਕੋਟ ਬਣ ਗਿਆ। ਭਾਵੇਂ ਉਸ ਸਮੇਂ ਇਲਾਕੇ ਵਾਸੀ ਸ਼ਰਧਾਲੂ ਪ੍ਰੇਮੀਆਂ ਨੇ ਆ ਕੇ ਅਰਜ਼ ਕੀਤੀ, ਗਰੀਬ ਨਿਵਾਜ ਆਪ ਪਹਿਲਾਂ ਵਾਂਗ ਹੀ ਨਿਰਲੇਪ ਤੇ ਅਸੰਗ ਰਹੋ, ਪਰ ਜੇਕਰ ਹਜ਼ੂਰ ਦਾ ਹੁਕਮ ਹੋਵੇ ਤਾਂ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਰੋਕਣ ਦਾ ਕੋਈ ਯਤਨ ਕਰੀਏ। ਪਰ ਆਪ ਜੀ ਦਾ ਉੱਤਰ ਸੀ, ਗੁਰਮੁਖੋ
ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ, ਨਾ ਕੋਈ ਸਾਡੀ ਦ੍ਰਿਸ਼ਟੀ ਵਿੱਚ ਵੈਰੀ ਹੀ ਪ੍ਰਤੀਤ ਹੁੰਦਾ ਹੈ। ਸਭ ਪਰਮੇਸ਼ਰ ਦਾ ਆਪਣਾ ਪਸਾਰਾ ਹੀ ਪਸਰਿਆ ਹੋਇਆ ਹੈ। ਭਾਵ ਉਹ ਆਪ ਹੀ ਅਨੇਕਾਂ ਰੂਪ ਧਾਰਨ ਕਰਕੇ ਅਨੂਪਮ ਚੋਜ ਕਰ ਰਿਹਾ ਹੈ। ਯਥਾ ਆਪੇ ਦੈਤ ਲਾਏ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਸੋਈ। ਇਸ ਵਿਸ਼ਾਲ ਰਚਨਾ ਵਿੱਚ ਮੁੱਢ ਤੋਂ ਹੀ द्वंद ਚੱਲਿਆ ਆ ਰਿਹਾ ਹੈ। ਪਾਪੀ ਪੁੰਨੀ, ਆਸਤਕ ਨਾਸਤਕ, ਗੁਰਮੁਖ ਮਨਮੁਖ, ਵਿਦਵਾਨ ਤੇ ਅਨਪੜ੍ਹ, ਭਾਵ ਹਰ ਇੱਕ ਚੀਜ਼ ਦਾ ਜੋੜਾ ਜੋੜਾ ਪਰਮੇਸ਼ਰ ਨੇ ਪੈਦਾ ਕੀਤਾ ਹੈ, ਪਰ ਜਿੱਤ ਅਖੀਰ ਨੂੰ ਸਚਾਈ ਵਾਲੇ ਦੀ ਹੀ ਹੋਇਆ ਕਰਦੀ ਹੈ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਤਸੀਹੇ ਦਿੱਤੇ। ਪਰਮੇਸ਼ਰ ਨੇ ਤੱਤੇ ਥੰਮ ਚੋਂ ਪ੍ਰਗਟ ਹੋ ਕੇ ਭਗਤ ਦੀ ਰੱਖਿਆ ਕੀਤੀ। ਹੰਕਾਰ ਵਿੱਚ ਆਏ ਰਾਵਣ ਨੇ ਭਰੀ ਸਭਾ ਵਿੱਚ ਭਗਤ ਵਿਭੀਸ਼ਣ ਨੂੰ ਲੱਤ ਮਾਰ ਕੇ ਭਰਾ ਦਾ ਤਿਰਸਕਾਰ ਕੀਤਾ। ਭਗਵਾਨ ਰਾਮਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਵਿਭੀਸ਼ਣ ਨੂੰ ਲੰਕਾਪਤੀ ਬਣਾਇਆ। ਕਲਯੁਗ ਦੇ ਸਮੇਂ ਭਗਤ ਕਬੀਰ ਤੇ ਨਾਮਦੇਵ ਜੀ ਜੈਸੇ ਮਹਾਪੁਰਸ਼ਾਂ ਦੀ ਪਰਖ ਹੋਈ, ਪਰ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਦੁਨੀਆ ਨੂੰ ਕਿਸੇ ਪ੍ਰਕਾਰ ਜਿੱਤਿਆ ਨਹੀਂ ਜਾਂਦਾ। ਇਸ ਕਲਿਓ ਪੰਚ ਪੀਤਿਓ ਕਿਉਂ ਕਰ ਰੱਖਾਂ ਪਤ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ। ਚੁੱਪ ਰਹਾ ਚੁੱਪ ਕਰਾਂ ਤਾਂ ਆਖੀਏ ਇਤ ਘਟਨਾ ਹੀ ਮਤ। ਜੇ ਬਹਿ ਰਹਾ ਤਾਂ ਆਖੀਏ ਬੈਠਾ ਸੱਥਰ ਘੱਤ। ਉੱਠ ਜਾਈ ਤਾਂ ਆਖੀਏ ਛਾਰ ਗਿਆ ਸਿਰ ਝੱਤ। ਜੇਕਰ ਨਿਵਾ ਤਾਂ ਆਖੀਏ ਡਰਦਾ ਕਰੇ ਭਗਤ। ਕਾਈ ਗੱਲੀ ਨਾ ਮੇਵਨੀ, ਜਿੱਥੇ ਕੱਢਾਂ ਝੱਤ। ਇੱਥੇ ਉੱਥੇ ਨਾਨਕਾ ਕਰਤਾ ਰੱਖੈ ਪਤ। ਕਹਿੰਦੇ ਇਸ ਕਲਿਓ ਪੰਜ ਪੀਤਿਓ ਕਿਉਂ ਕਰ ਰੱਖਾਂ ਪਤ। ਕਲਯੁਗ ਦੀਆਂ ਨਿਸ਼ਾਨੀਆਂ ਕਹਿੰਦੇ ਕੀ ਦਸੀਏ। ਜੇ ਬੋਲਾਂ ਤਾਂ ਆਖੀਐ ਬੜਬੜ ਕਰੇ ਬਹੁਤ। ਜੇ ਗੱਲਾਂ ਕਰੀ ਜਾਣਾ, ਕੋਈ ਵਚਨ ਵਿਲਾਸ ਕਹਿੰਦੇ ਬਹੁਤਾ ਹੀ ਬੋਲਦਾ ਤਾਂ ਚੁੱਪ ਹੀ ਨਹੀਂ ਕਰਦਾ। ਚੁੱਪ ਕਰਾਂ ਤਾਂ ਆਖੀਏ ਇਤ ਘਟਨਾ ਹੀ ਮਤ। ਜੇ ਗੱਲਾਂ ਨਹੀਂ ਕਰਦਾ ਕਹਿੰਦੇ ਮੂਰਖ ਹੈ, ਇਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਇਹਨੂੰ ਤਾਂ ਗੱਲਾਂ ਹੀ ਨਹੀਂ ਕਰਨੀਆਂ ਆਉਂਦੀਆਂ। ਜੇ ਬਹਿ ਰਹਾ ਤਾਂ ਆਖੀਏ ਬੈਠਾ ਸੱਥਰ ਘੱਤ। ਜੇ ਬੈਠਾ ਰਵਾਂ ਕਹਿੰਦੇ ਤਾਂ ਸੱਥਰ ਘੱਤ ਕੇ ਬਹਿ ਗਿਆ, ਜਾਣ ਦਾ ਨਾਂ ਹੀ ਨਹੀਂ ਲੈਂਦਾ। ਉੱਠ ਜਾਈ ਤਾਂ ਆਖੀਏ ਛਾਰ ਗਿਆ ਸਿਰ ਘੱਤ। ਜੇ ਉੱਠ ਕੇ ਚਲੇ ਜਾਵਾਂ ਕਹਿੰਦੇ ਜਾਣ ਲੱਗਿਆ ਕੱਪੜੇ ਝਾੜ ਕੇ ਸਾਡੇ ਤੇ ਗਰਦਾ ਹੀ ਪਾ ਗਿਆ। ਜਾਣੀ ਜੇ ਬੈਠਾ ਤਾਂ ਵੀ ਮਾੜਾ, ਜੇ ਜਾਨਾ ਤਾਂ ਵੀ ਮਾੜਾ। ਜੇ ਕਰ ਨਿਵਾ ਤਾਂ ਆਖੀਏ ਡਰਦਾ ਕਰੇ ਭਗਤ। ਜੇ ਕਿਸੇ ਨੂੰ ਨੀਵਾ ਹੋ ਕੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਗੁਰ ਫਤਿਹ ਬੁਲਾਉਂਦੇ ਆ, ਨਮਸਕਾਰ ਇੱਕ ਦੂਜੇ ਨੂੰ ਕਰਦੇ ਆ, ਕਹਿੰਦੇ ਜੇ ਕਰ ਨਿਵਾ ਤਾਂ ਆਖੀਏ ਡਰਦਾ ਕਰੇ ਭਗਤ। ਇਹ ਡਰਦਾ ਸਾਤੋਂ ਤਾਂ ਸਾਡੇ ਅੱਗੇ ਹੱਥ ਜੇ ਜੋੜਦਾ। ਕਾਈ ਗੱਲੀ ਨਾ ਮੇਵਨੀ, ਜਿੱਥੇ ਕੱਢਾਂ ਝੱਤ। ਇੱਥੇ ਉੱਤੇ ਨਾਨਕਾ ਕਰਤਾ ਰੱਖੇ ਪਤ। ਵੱਡੇ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਕਹਿੰਦੇ ਹੁੰਦੇ, ਝੱਟ ਕਿੱਥੇ ਗੁਜ਼ਾਰਾਂ ਜੇ ਮਾਲਕਾ ਦੁਨੀਆ ਟਿਕਣ ਨਾ ਦੇਵੇ। ਭਗਤ ਕਬੀਰ ਜੀ ਫਰਮਾਉਂਦੇ ਹੈ, ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਬਰਜੈ ਲੋਗ ਅਜਾਨ। ਤਾਸਿਓ ਟੂਟੀ ਕਿਉਂ ਬਨੈ ਜਾ ਕੇ ਜੀਏ ਪ੍ਰਾਨ। ਫਰੀਦਾ ਇਹੋ ਤਨ ਭੌਕਣਾ, ਨਿਤ ਨਿਤ ਦੁਖੀਏ ਕੌਣ। ਕੰਨੀ ਬੁੱਝੇ ਦੇ ਰਹਾ ਕਿਰਤੀ ਵੱਗੈ ਪੌਣ। ਜਿਵੇਂ ਉਕਾਬ ਪੰਛੀ ਨੂੰ ਸੰਬੋਧਨ ਕਰਦੇ ਆ, ਕਿਸੇ ਮਹਾਪੁਰਸ਼ ਨੇ ਕਥਨ ਕੀਤਾ ਕਿ ਤੂੰ ਇਹਨਾਂ ਤੇਜ਼ ਹਵਾਵਾਂ ਤੋਂ ਨਾ ਘਬਰਾ, ਇਹ ਤਾਂ ਤੈਨੂੰ ਉੱਚਾ ਉਡਾਉਣ ਵਾਸਤੇ ਚੱਲਦੀਆਂ ਹਨ। ਤੁੰਦ ਦੀਏ ਬਾਦ ਮੁਖਾਲਫ ਸੇ ਨਾ ਘਬਰਾ ਐ ਉਕਾਬ। यह तो चलती है तुझको ऊपर उठाने के लिए। हे परमार्थ दे रास्ते ते चलण वाले पांदी जग्यासो, तो दुनिया दे लोकां दी परवाह ना कर। इन्हां दियां मुखालफत गल्लां तेरी तरक्की दा कारण बन रहीआं ने। कुछ मार्ग सूधे चलो, खल निंदा डर डार। विद खल कछ ऐसे रचे, गुण को दोख उचार। ਭਾਵਰਤ ਸਿਮਰਤ ਵਿੱਚ ਇਹ ਪ੍ਰਵਚਨ ਆਉਂਦੇ ਹਨ।
ਇਹ ਪਰਮੇਸ਼ਰ ਦੀ ਨੇਤ ਹੀ ਐਸੀ ਹੈ ਅਤੇ ਕਲਯੁਗ ਦੀਆਂ ਨਿਸ਼ਾਨੀਆਂ ਵੀ ਹਨ। ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲਖਣ ਏਈ। ਹਜ਼ੂਰ ਦੀ ਰਸਨਾ ਤੋਂ ਇਸ ਪ੍ਰਕਾਰ ਏਕਤਾ ਦੇ ਬੋਧਕ ਅੰਮ੍ਰਿਤਮਈ ਵਚਨਾਂ ਨੂੰ ਸੁਣ ਕੇ ਸਭਨਾਂ ਨੇ ਨਮਸਕਾਰ ਕੀਤੀ ਅਤੇ ਸ਼ਾਂਤ ਚਿੱਤ ਵਾਪਸ ਚਲੇ ਗਏ। ਸਚਾਈ ਵਾਲਾ ਜੀਵਨ ਦੇਖ ਕੇ ਸਮਾਂ ਪਾ ਕੇ ਵਿਰੋਧੀ ਪਾਰਟੀ ਨੇ ਵੀ ਆ ਕੇ ਮਾਫੀ ਮੰਗ ਲਈ ਤੇ ਹਜ਼ੂਰ ਨੇ ਸਾਰਿਆਂ ਨੂੰ ਬਖਸ਼ ਦਿੱਤਾ। ਕਿਸੇ ਉਰਦੂ ਦੇ ਸ਼ਾਇਰ ਨੇ ਐਸਾ ਲਿਖਣਾ ਕੀਤਾ ਹੈ, ਗੁਨਾਹ ਚਲੇ ਆਏ वे खतर साबर यह दर वो दर है जहाँ मुर्वत ही अच्छी लगती है। हवाए नौ की नफरत फट नहीं सकती यहाँ मेरो वफा की कली महकती है। किसको हुस्न किसको वाद पसंद किसको दौलते दुनिया आयद पसंद पसंद फूल किसी को मेहरो महा पसंद। मगर मेरे गफूर ने किए गुनाह पसंद मेरे गफूर ने किए गुनाह पसंद। किसी ਨੂੰ ਕੋਈ ਵਸਤੂ ਪਸੰਦ ਹੈ ਕਿਸੇ ਨੂੰ ਕੋਈ ਵਸਤੂ ਪਸੰਦ ਹੈ ਪਰ ਮੇਰੇ ਗੁਰੂ ਪੀਰ ਮੇਰੇ ਰਹਿਬਰ ਮੇਰੇ ਮਾਲਕ ਨੇ ਮੇਰੇ ਗੁਨਾਹ ਪਸੰਦ ਕਰ ਲਏ ਨੇ। ਮੈਨੂੰ ਆਪਣੇ ਕੋਲ ਬੁਲਾ ਕੇ ਮੇਰੇ ਗੁਨਾਹ ਮਾਫ ਕੀਤੇ। ਇੱਕ ਅੰਗਰੇਜ਼ੀ ਦਾ ਲਖਾਰੀ ਦੱਸਦਾ ਹੈ, ਪੇਸ਼ੈਂਸ इज वर्च फॉर सीकिंग गॉड। रब की खोज वास्ते तकलीफां विच धीरज रखना भी एक खूबी है। पवर से खेलने वाले दुरसहवार पाते हैं लवे सहल जो मैं जोश डरा उसको मिला क्या। शिकाइन वह तूफा खेज का बुज़दिल नहीं होता जो गुरकाबी से डर जाए वो तूफान आशना किया। सो साध संगत जी 9 इत्थों तक 9 कांड संपूर्ण होए ने। 10 सफ़ियां दी विचार हो गई। 129 तो लैके 139 139 पेज तक ਆਪਾਂ ਨੇ ਪ੍ਰਸੰਗ ਸੰਪੂਰਨ ਕੀਤਾ ਹੈ। ਲਗਭਗ ਆਪਾਂ ਨੂੰ 6 ਮਹੀਨੇ ਲੱਗ ਜਾਣਗੇ ਇਸ ਪ੍ਰਸੰਗ ਦੀ ਵਿਚਾਰ ਕਰਦੇ ਆ। ਹੋਈਆਂ ਗਲਤੀਆਂ ਮੁਆਫ ਕਰਨੀਆਂ। ਸਭ ਸੰਗਤਾਂ ਨੇ ਇਸ ਪੇਜ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ। ਸਾਰੀ ਸੰਗਤ ਇਹ ਸਾਰੀ ਕਥਾ ਸੁਣਿਆ ਕਰੋ। ਜੇਕਰ ਤੁਸੀਂ 1 2 3 ਗੱਲਾਂ ਸੁਣ ਕੇ ਹੀ ਅੱਗੇ ਲੰਘ ਜਾਓਗੇ ਤਾਂ ਆਪ ਜੀ ਨੂੰ ਪੂਰੇ ਪ੍ਰਸੰਗ ਦਾ ਗਿਆਨ ਨਹੀਂ ਹੋਏਗਾ। ਸ਼ੁਰੂ ਤੋਂ ਲੈ ਕੇ ਸਾਰਾ ਦਿਨ ਅਸੀਂ ਮੋਬਾਈਲਾਂ ਤੇ ਟਿਕ 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 ਕਰਦਿਆਂ ਦਾ ਲੰਘਾ ਦਿੰਨੇ ਆ। ਜੇ ਅੱਧਾ ਪੌਣਾ ਘੰਟਾ ਅਸੀਂ ਗੁਰੂ ਦੀ ਯਾਦ ਵਿੱਚ ਲਗਾ ਦੇਵਾਂਗੇ ਤਾਂ ਸਾਡਾ ਸਫਲਾ ਹੋ ਜਾਏਗਾ। ਮਹਾਪੁਰਸ਼ ਆਪਣੇ ਜੀਵਨ ਵਿੱਚ ਕਿਹਾ ਕਰਦੇ, ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਅਸਲੀਲੇ ਹੁਜ਼ਰੇ ਸੰਝ ਦੇ ਫਜ਼ਰੇ। ਸੋ ਜਿਤਨਾ ਸਮਾਂ कुछ आहों में कट गई कुछ गुनाहों में कट गई कुछ रोसे में कट गई कुछ सोते में कट गई। मंजिल पर पहुंचने वाले मंजिल पर जा पहुंचे राह बदलने वालों की राहों में कट गई। सो इस करके थोड़ा जिहा समा सानू मिलता है अपने पूर्ण महापुरुखों का इतिहास। कई सज्जन कहते गुरबाणी की कथा करो। साध संगत जी गुरबाणी की कथा असीं कर चुके हाँ। ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਤੇ ਗੁਰਬਾਣੀ ਦੀ ਕਥਾ ਵਿੱਚੋਂ ਜਪਜੀ ਸਾਹਿਬ ਹੈ, ਸੁਖਮਨੀ ਸਾਹਿਬ ਹੈ, ਦੁੱਖ ਭੰਜਨੀ ਸਾਹਿਬ ਹੈ, ਕਬੀਰ ਫਰੀਦ ਦੇ ਸ਼ਲੋਕ, ਸਹਿਸਕ੍ਰਿਤੀ ਬਾਣੀ, ਭੋਗ ਦੇ ਸ਼ਲੋਕ, ਰਾਗਮਾਲਾ, ਇਹ ਸਾਰੀ ਤਾਂ ਸਾਡੇ ਬੱਚਿਆਂ ਨੇ ਅੰਗਰੇਜ਼ੀ ਪੰਜਾਬੀ ਦੇ ਵਿੱਚ ਵਿਆਖਿਆ ਕਰ ਦਿੱਤੀ ਹੈ। ਹੋਰ ਵੀ ਬੜੇ ਵੱਡੇ ਵੱਡੇ ਵਿਦਵਾਨ ਹਨ ਜਿਨ੍ਹਾਂ ਨੇ ਕੀਤੀ ਹੈ। ਸੋ ਜਿਸ ਅਸਥਾਨ ਤੋਂ ਅਸੀਂ ਰੋਜ਼ੀ ਰੋਟੀ ਛਕਣ ਲੱਗੇ ਹਾਂ, ਜਿਸ ਅਸਥਾਨ ਤੋਂ ਹਜ਼ਾਰਾਂ ਪ੍ਰੇਮੀਆਂ ਦਾ ਉਧਾਰ ਹੋਇਆ, ਭਲਾ ਹੋਇਆ, ਉਸ ਅਸਥਾਨ ਦੇ ਮੁਖੀ ਮਹਾਪੁਰਸ਼ਾਂ ਦੀ ਮਹਿਮਾ ਅਸੀਂ ਪਹਿਲਾਂ ਤੋਂ ਕਰਦੇ ਆ ਰਹੇ ਹਾਂ, ਹੁਣ ਕਰਦੇ ਰਵਾਂਗੇ ਅਤੇ ਅੰਤ ਦੇ ਸਮੇਂ ਤੱਕ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ, ਸ਼੍ਰੀਮਾਨ ਸੰਤ ਬਾਬਾ
ਵਰਿਆਮ ਸਿੰਘ ਜੀ ਰਤਵਾੜਾ ਸਾਹਿਬ, ਜਥੇਦਾਰ ਮਹਾਰਾਜ ਜੀ ਮਹਿੰਦਰ ਸਿੰਘ ਜੀ ਮਹਾਰਾਜ ਜਰਗ ਵਾਲੇ, ਗਿਆਨੀ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਸਿੱਧਸਰ ਭੀਖੀ ਵਾਲੇ, ਇਹ ਸਾਡੇ ਆਪਣੇ ਮਹਾਪੁਰਸ਼ ਹਨ। ਇਹਨਾਂ ਦਾ ਆਸ਼ੀਰਵਾਦ ਹੈ। ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਇਹਨਾਂ ਦੀ ਕਿਰਪਾ ਹੈ। ਇਹਨਾਂ ਦਾ ਜਸ ਅਸੀਂ ਅੰਤਲੇ ਸਵਾਸਾਂ ਤੱਕ ਕਰਦੇ ਰਵਾਂਗੇ। ਜਿਹਦਾ ਮਨ ਕਰੇ ਸੁਣ ਲਓ ਭਾਈ, ਜਿਹਦਾ ਨਹੀਂ ਮਨ ਕਰਦਾ ਉਹ ਬੰਦ ਕਰ ਦਿਆ ਕਰੋ, ਨਾ ਵੀ ਸੁਣਿਆ ਕਰੋ। ਪਰ ਨਿੰਦਿਆ ਦੇ ਪਾਤਰ ਨਾ ਬਣੋ, ਕਿਉਂਕਿ ਨਿੰਦਕਾਂ ਨੂੰ ਕਿੰਨੀਆਂ ਸਜ਼ਾਵਾਂ ਮਿਲਦੀਆਂ, ਕਿੰਨੀ ਪਿੱਠ ਲੱਗਦੀ ਹੈ। ਪਰਮੇਸ਼ਰ ਉਹਨਾਂ ਨੂੰ ਪਤਾਲ ਤੱਕ ਪਹੁੰਚਾ ਦਿੰਦੇ ਹਨ। ਸੋ ਗਲਤੀ ਭੁੱਲ ਚੁੱਕਦੀ ਆਪ ਜੀ ਨੇ ਖਿਮਾ ਕਰਨੀ। ਰਹਿੰਦਿਆਂ ਵਿਚਾਰਾਂ ਕੱਲ ਨੂੰ ਫੇਰ ਇਸੇ ਤਰ੍ਹਾਂ 5:30 ਤੋਂ 6:30 ਤੱਕ ਦਾ ਟਾਈਮ ਹੈ। ਕਦੇ 10-15 ਮਿੰਟ ਉੱਪਰ ਥੱਲੇ ਵੀ ਹੋ ਜਾਂਦੇ ਹਨ। ਸੋ ਬਹੁਤੀ ਵਿਚਾਰ ਨਹੀਂ ਕਰਨੀ, ਜਦੋਂ ਸਮਾਂ ਮਿਲੇ ਲਾਹਾ ਲਾਓ। ਸਬਸਕ੍ਰਾਈਬ ਕਰੋ, ਸਾਰੀ ਕਥਾ ਸੁਣਿਆ ਕਰੋ, ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਭਾਈਆਂ ਨੂੰ ਜਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ।